पद पंकज बंध चाले सिमरो अंगद दुख निकंदन अमरदास गुर हृदय त्यां जी हृदय श्री गुरु रामदास गुण गाओ गुरु अर्जन विघ्नन के नासक विघ्नन के ना हरि गोविंद शुभ मत प्रकाशक श्री हरि राय नमो कर जोरी नमो कर जोरी श्री हरि कृष्ण मनाओ बहोरी तेग बहादुर परम कृपाला परम कृपाला श्री गुरु गोबिंद सिंह विशाला तारों तारा पौने पौन सीसा वाहिगुरु पौने पौन सीसा बंदों बार बार जगदीसा एक अंकारा सतगुरु तेह प्रसाद सच होए वाहिगुरु जी की फतेह है विघ्न विनाशन सोए कहाँ बुद्ध प्रभ तुच्छ हमारी बरन सके महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा श्री गुरु घर ते बहर को दिए चुपाक बगाए परे जाए कर तह कछु सिख हो तेज सथाए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई गुरु रूप गुरु खालसा साध संगत जी आप जी अत्यंत बड़भागे हो गुरु साहिब जी की गोद विच बैठ के गुरु पातशाह की बाणी का लाहा प्राप्त कर रहे हो। आओ हुण सतगुरु तेग बहादुर साहिब जी महाराज के चरणों विच अपनी सुरती नूं इकागर करिए गुरु पातशाह जी का पावन इतिहास सरवण करिए। जिस समय महाराज दिल्ली पहुँचे हैं 12,000 फौज आगरे तो गुरु साहब जी नूं दिल्ली लैके आई है। आगरे तो दिल्ली आण ते गुरु साहब नूं भूतां दी हवेली विच निवास कराया गया। रात समय वो प्रेत जो किसी समय उस हवेली का मालक सी ਅਤੇ अधोगति ਨੂੰ ਗਿਆ ਸੀ ਆਪਣੀ ਹਵੇਲੀ ਦੇ ਖਿਆਲਾਂ ਵਿੱਚ ਹੀ ਮਰਿਆ ਸੀ ਔਰ ਝੂਠੀ ਸਹੁੰ ਪਾ ਕੇ ਉਸ ਨੇ ਉਹ ਮਕਾਨ ਜਿੱਤਿਆ ਸੀ। ਉਹ ਪ੍ਰੇਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ ਤੇ ਗੁਰੂ ਸਾਹਿਬ ਲਈ ਚੂਪਣ ਲਈ ਗੰਨੇ ਲੈ ਕੇ ਆਇਆ। ਪਾਤਸ਼ਾਹ ਜੀ ਨੇ ਗੰਨੇ ਚੂਪੇ ਕੁਝ ਛਿੱਲਣਾ ਹਵੇਲੀ ਤੋਂ ਬਾਹਰ ਸਿੱਖਾਂ ਜਿੱਥੇ ਸਿੱਖ ਬੈਠੇ ਸਨ ਉਹਨਾਂ ਕੋਲ ਸਿੱਟ ਦਿੱਤੀਆਂ ਤੇ ਕੁਝ ਉਸ ਪ੍ਰੇਤ ਨੂੰ ਸੀਤ ਪ੍ਰਸ਼ਾਦ ਦਿੱਤਾ ਜਿਹਦੇ ਕਰਕੇ ਉਸ ਦੀ ਆਤਮਾ ਦਾ ਕਲਿਆਣ ਹੋ ਗਿਆ। ਉਹ ਤਾਂ ਮੁਕਤ ਹੋ ਕੇ ਸੱਚਖੰਡ ਨੂੰ ਚਲਾ ਗਿਆ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਦਗਤੀ ਉਸ ਨੂੰ ਮਿਲ ਗਈ। ਬਾਹਰ ਜਿਹੜੇ ਸਿੱਖ ਬੈਠੇ ਸਨ ਉਹਨਾਂ ਨੇ ਵੀ ਕੁਝ ਮਹਾਰਾਜ ਦਾ ਸੀਤ ਪ੍ਰਸ਼ਾਦ ਸਮਝ ਕੇ ਉਹ ਜਿਹੜੇ ਛਿੱਲੜ ਸਨ ਚੁਪਾਕ ਸਨ ਗੰਨੇ ਦੇ ਚੂਪਣ ਤੋਂ ਬਾਅਦ ਜਿਹੜਾ ਫੋਕ ਸੁੱਟ ਦਿੱਤਾ ਜਾਂਦਾ ਉਹ ਪਾਤਸ਼ਾਹ ਦਾ ਪ੍ਰਸ਼ਾਦ ਮੂੰਹ 'ਚ ਪਾ ਲਿਆ। ਉਹਨਾਂ ਵਿੱਚ ਕਿੰਨੀ ਕੁ ਸ਼ਕਤੀ ਕਿੰਨੀ ਕੁ ਕਰਾਮਾਤ ਆ ਗਈ ਕਿ ਉਹ ਬੇਅੰਤ ਸਮਰੱਥਾ ਦੇ ਮਾਲਕ ਹੋ ਗਏ। ਆਓ ਇਸ ਤੋਂ ਅਗਲੀ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਤੋਂ ਉਹਨਾਂ ਦੀ ਕਲਮ ਤੋਂ ਹੀ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਘਰ ਤੇ ਵਹਿਰ ਕੋ। ਸਤਿਗੁਰੂ ਜੀ ਨੇ ਹਵੇਲੀ ਤੋਂ ਬਾਹਰ ਦਿਏ ਚੁਪਾਕ ਬਗਾਏ। ਉਹ ਗੰਨਿਆਂ ਦੇ ਛਿੱਲੜ ਆਪਣੇ ਚੂਪਣ ਤੋਂ ਬਾਅਦ ਜਿਹੜੇ ਚੁਪਾਕ ਸਨ ਉਹ ਬਾਹਰ ਸੁੱਟੇ ਹਨ ਬਰਾਂਡੇ ਵਿੱਚ। ਪਰੇ ਜਾਏ ਕਰ ਤਹਿ ਕਛੂ। ਕੁਛ ਛਿੱਲੜ ਜਿਹੜੇ ਉਹ ਅੰਦਰ ਪ੍ਰੇਤ ਨੂੰ ਬਖਸ਼ ਦਿੱਤੇ ਸਨ ਉਹ ਚੂਪ ਕੇ ਮੁਕਤ ਹੋ ਗਿਆ, ਤੇ ਕੁਛ ਸਾਧ ਸੰਗਤ ਜੀ ਬਾਹਰ ਬਰਾਮਦੇ 'ਚ ਬੈਠੇ ਸਿੱਖਾਂ ਕੋਲ ਜਾ ਪਏ। ਸਿੱਖ ਹੋਤੇ ਜਿਸ ਥਾਏ। ਜਿੱਥੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਵਰਗੇ, ਭਾਈ ਊਦਾ ਤੇ ਭਾਈ ਗੁਰਦਿੱਤਾ ਵਰਗੇ ਮਹਾਨ ਸਿੱਖ ਬੈਠੇ ਸਨ। ਚੌਪਈ ਇੱਕ ਸਿੱਖ ਨੇ ਲੈ ਕਰ ਮੁਖ ਪਾਇਓ। ਇੱਕ ਸਿੱਖ ਨੇ ਗੁਰੂ ਸਾਹਿਬ ਜੀ ਦਾ ਉਹ ਸੀਤ ਪ੍ਰਸ਼ਾਦ ਲੈ ਕੇ ਮੁਖ ਵਿੱਚ ਪਾ ਲਿਆ। ਚੂਪਤ ਭਇਓ ਸਵਾਦ ਰਸ ਆਇਓ। ਜਦੋਂ ਮਹਾਰਾਜ ਦੇ ਗੰਨੇ ਦਾ ਛਿੱਲੜ ਮੂੰਹ 'ਚ ਪਾਇਆ ਬੜਾ ਹੀ ਰਸ ਆਇਆ, ਬੜਾ ਹੀ ਆਨੰਦ ਆਇਆ, ਕਿਉਂਕਿ ਗੁਰੂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਉਹਦੇ ਮੁਖ ਨੂੰ ਲੱਗ ਗਿਆ। ਗੁਰੂ ਉਚਿਸ਼ਟ ਕੋ ਕਰਿਓ ਆਹਾਰਾ। ਜਦੋਂ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਛਕਿਆ, ਮਹਾਰਾਜ ਦਾ ਚੂਪਿਆ ਹੋਇਆ ਗੰਨਾ ਉਹਦਾ ਛਿੱਲੜ ਮੁਖ ਵਿੱਚ ਪਾਇਆ। ਸ਼ਕਤ ਸਹਿਤ ਪਾ ਤਤ ਛਿਨ ਪਹਾਰਾ। ਉਹ ਸਿੱਖ ਦੇ ਅੰਦਰ ਅਨੰਤ ਸ਼ਕਤੀਆਂ ਦਾ ਪ੍ਰਵੇਸ਼ ਕਰ ਗਿਆ। ਜਿਹੜੀਆਂ ਪਾਵਰਾਂ, ਐਨਰਜੀ, ਗੁਪਤ ਸ਼ਕਤੀਆਂ ਹਨ, ਗੈਬੀ ਸ਼ਕਤੀਆਂ ਹਨ, ਕੁਛ ਦਾ ਕੁਛ ਕਰ ਸਕਣ ਦੀ ਜਿਹੜੀ ਸਮਰੱਥਾ ਹੁੰਦੀ ਹੈ, ਪਾਵਰ ਹੁੰਦੀ ਹੈ, ਆਤਮਿਕ ਸ਼ਕਤੀ, ਉਹ ਉਹਦੇ ਅੰਦਰ ਪੈਦਾ ਹੋ ਗਈ। ਕਰ ਅਹੰਕਾਰ ਆਦਿਕ ਉਰ ਫੂਲਾ। ਹੁਣ ਸ਼ਕਤੀ ਜਦੋਂ ਆ ਜਾਂਦੀ ਹੈ ਫਿਰ ਬੰਦੇ ਨੂੰ ਹੰਕਾਰ ਵੀ ਆ ਜਾਂਦਾ। ਐਸਾ ਕੋਇ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਜਦੋਂ ਪਾਵਰ ਹੱਥ ਵਿੱਚ ਆ ਗਈ ਫੁੱਲ ਗਿਆ। ਜਾਨਤ ਭਇਓ ਨਾ ਕੋ ਮਮ ਤੂਲਾ। ਇੰਨੀ ਕੁ ਸਿੱਖ ਨੂੰ ਤਾਕਤ ਮਿਲ ਗਈ, ਇੰਨੀ ਕੁ ਸਿੱਖ ਦੇ ਅੰਦਰ ਸ਼ਕਤੀ ਆ ਗਈ, ਸਮਝਣ ਲੱਗਾ ਵੀ ਹੁਣ ਮੇਰੇ ਬਰਾਬਰ ਕੋਈ ਵੀ ਨਹੀਂ, ਮੈਂ ਹੁਣ ਕਿਸੇ ਨੂੰ ਕੀ ਸਮਝਦਾ ਹਾਂ। ਇਸੀ ਪ੍ਰਕਾਰ ਭਈ ਪੁਨਸਾਰ। ਤੇ ਉਹ ਸਾਰੀ ਰਾਤ ਬੈਠਾ ਰਿਹਾ, ਬਾਣੀ ਪੜ੍ਹਦਾ ਰਿਹਾ, ਤੇ ਅੰਦਰ ਉਹਦੇ ਸ਼ਕਤੀ ਜਿਹੜੀ ਹੈ ਉਹ ਬੇਅੰਤ ਠਾਠਾ ਮਾਰਨ ਲੱਗ ਪਈ। ਤੇ ਜਦੋਂ ਸਵੇਰ ਦਾ ਸਮਾਂ ਹੋਇਆ, ਸੂਰਜ ਉਦਿਓ ਮਿਟਿਓ ਅੰਧਕਾਰ। ਤੇ ਪ੍ਰਾਚੀ ਦਿਸ਼ਾ ਵਿੱਚੋਂ ਸੂਰਜ ਦਾ ਪ੍ਰਕਾਸ਼ ਹੋਇਆ, ਹਨੇਰਾ ਮਿਟ ਗਿਆ ਤੇ ਸਾਰੀ ਦੁਨੀਆ ਵਿੱਚ ਰੋਸ਼ਨੀ ਹੋ ਗਈ। ਤਪ ਤੁਰ ਕੇਸ਼ਵਰ ਕੇ ਨਰ ਆਏ। ਉਸ ਵੇਲੇ ਬਾਦਸ਼ਾਹ ਔਰੰਗਜ਼ੇਬ ਦੇ ਬੰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈਣ ਵਾਸਤੇ ਆਏ। ਸ਼ਾਂਤ ਰੂਪ ਸਤਿਗੁਰੂ ਜਿਸ ਥਾਏ। ਜਿੱਥੇ ਸ਼ਾਂਤੀ ਦੇ ਪੁੰਜ, ਧਰਮ ਦੀ ਧੁਜਾ, ਵੈਰਾਗ ਦੀ ਮੂਰਤੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਵੇਲੀ 'ਚ ਬੈਠੇ ਸਨ, ਬਾਦਸ਼ਾਹ ਦੇ ਬੰਦੇ ਉਹਨਾਂ ਨੂੰ ਲੈਣ ਵਾਸਤੇ ਉੱਥੇ ਹੀ ਆ ਗਏ। ਨਹੀਂ ਪ੍ਰੇਤ ਨੇ ਕਛੂ ਬਿਗਾਰਾ। ਪਰ ਸਤਿਗੁਰੂ ਪਾਤਸ਼ਾਹ ਨੂੰ ਵੇਖ ਕੇ ਹੈਰਾਨ ਹੋਏ ਵੀ ਇਹ ਜਿਉਂਦੇ ਕਿਵੇਂ ਬੈਠੇ ਹਨ। ਇਸ ਹਵੇਲੀ 'ਚ ਤਾਂ ਜਿਹੜਾ ਵੀ ਰਾਤ ਰਹਿੰਦਾ ਹੈ ਉਹਨੂੰ ਭੂਤ ਰਾਤੋਂ ਰਾਤ ਹੀ ਮਾਰ ਦਿੰਦੇ ਸੀ, ਪਰ ਇਹਨਾਂ ਦਾ ਪ੍ਰੇਤ ਨੇ ਕੁਛ ਵਿਗਾੜਿਆ ਨਹੀਂ, ਇਹਨਾਂ ਨੂੰ ਪ੍ਰੇਤ ਨੇ ਕੁਝ ਆਖਿਆ ਨਹੀਂ। ਇਸ ਤਰ੍ਹਾਂ ਵੇਖ ਕੇ ਬੜੇ ਹੈਰਾਨ ਹੋਏ ਹਨ। ਨਹੀਂ ਤਰਸੇ ਬੈਠੇ ਸੁਖ ਭਾਰਾ। ਤੇ ਇਹਨਾਂ ਦੇ ਚਿਹਰੇ ਤੇ ਡਰ ਵੀ ਕੋਈ ਨਹੀਂ, ਬੜੇ ਸੁੱਖ ਵਿੱਚ, ਬੜੇ ਆਨੰਦ ਵਿੱਚ, ਬੜੀ ਸ਼ਾਂਤੀ ਵਿੱਚ ਬੈਠੇ ਹੋਏ ਹਨ। ਹਿਮ ਸੁਨ ਗੁਰੂ ਹਕਾਰਨ ਕਰੇ। ਇਸ ਤਰ੍ਹਾਂ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਾਂ ਨੂੰ ਬੁਲਾਇਆ। ਤੁਰ ਕੇ ਸ਼ੁਰ ਨੇ ਉਰ ਹਠ ਧਰੇ। ਬਾਦਸ਼ਾਹ ਦੇ ਬੰਦੇ ਕਹਿਣ ਲੱਗੇ, ਮਹਾਰਾਜ ਤੁਹਾਨੂੰ ਬਾਦਸ਼ਾਹ ਨੇ ਆਪਣੀ ਕਚਹਿਰੀ ਵਿੱਚ ਸੱਦਿਆ ਹੈ, ਤੁਸੀਂ ਬਾਦਸ਼ਾਹ ਦੀ ਕਚਹਿਰੀ ਵਿੱਚ ਚੱਲੋ। ਨਿਕਸੇ ਭਵਨ ਵਿਖੇ ਤੇ ਜਬੈ। ਜਦੋਂ ਗੁਰੂ ਸਾਹਿਬ ਨੂੰ ਏਦਾਂ ਉਹਨਾਂ ਨੇ ਅਫਸਰਾਂ ਨੇ ਆਖਿਆ ਵੀ ਤੁਹਾਨੂੰ ਕਚਹਿਰੀ 'ਚ ਬੁਲਾਇਆ, ਉਠੋ ਚੱਲੋ, ਥੋੜ੍ਹਾ ਜਿਹਾ ਰੋਹਬ ਦੇ ਨਾਲ ਵੀ ਬੋਲਦੇ ਆ ਪੁਲਿਸ ਵਾਲੇ, ਤੁਹਾਨੂੰ ਪਤਾ ਹੀ ਹੈ। ਜਦੋਂ ਇਸ ਤਰ੍ਹਾਂ ਆ ਕੇ ਬੋਲੇ ਨਾ, ਤੇ ਜਿਹੜੇ ਸਿੱਖ ਸੀ ਮਹਾਰਾਜ ਦੇ ਨਾਲ, ਮਿਲੇ ਸਿੱਖ ਸੰਗੀ ਜੇ ਤਬੈ। ਉਹ ਵੀ ਗੁਰੂ ਸਾਹਿਬ ਦੇ ਨਾਲ ਨਾਲ ਤੁਰ ਪਏ। ਬੰਦਨ ਕੀਨ ਚਰਨ ਸਿਰ ਧਰ ਕੈ। ਜਦੋਂ ਮਹਾਰਾਜ ਹਵੇਲੀ ਤੋਂ ਬਾਹਰ ਨਿਕਲੇ ਤੇ ਪੰਜਾਂ ਹੀ ਸਿੱਖਾਂ ਨੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ।
ਬੋਲਿਓ ਦੁਆ ਕਰ ਜੋਰਨ ਕਰਕੇ। ਜਿਹੜੇ ਸਿੱਖ ਨੇ ਰਾਤ ਮਹਾਰਾਜ ਦਾ ਸੀਤ ਪ੍ਰਸ਼ਾਦ ਛਕਿਆ ਸੀ, ਭਾਈ ਮਤੀ ਦਾਸ ਜੀ ਦਾ ਹੀ ਨਾਮ ਆਉਂਦਾ ਹੈ। ਇੱਥੇ ਭਾਈ ਸਾਹਿਬ ਨੇ ਨਾਂ ਨਹੀਂ ਲਿਖਿਆ ਗੁਰਪ੍ਰਤਾਪ ਵਿੱਚ, ਪਰ ਪ੍ਰਚਾਰਕਾਂ ਕੋਲੋਂ, ਰਾਗੀ ਢਾਡੀ ਸਿੰਘਾਂ ਕੋਲੋਂ ਜੋ ਸੁਣਦੇ ਆ, ਭਾਈ ਮਤੀ ਦਾਸ ਬਾਰੇ ਹੀ ਕਹਿੰਦੇ ਭਾਈ ਮਤੀ ਦਾਸ ਬੋਲਿਆ, ਸ੍ਰੀ ਸਤਿਗੁਰ ਕਿਉ ਸੰਕਟ ਸਹੀਐ। ਹੇ ਸਤਿਗੁਰੂ ਜੀ, ਆਪ ਕਿਉਂ ਸੰਕਟ ਸਹਿ ਰਹੇ ਹੋ? ਕਿਉਂ ਇੰਨੀਆਂ ਤਕਲੀਫਾਂ ਸਹਿ ਰਹੇ ਹੋ? ਕਿਉਂ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹੋ? ਮੋਹ ਕਹੋ ਨੈਣ ਸੈਨ ਸੋ ਕਹੀਐ। ਮਾੜਾ ਜਿਹਾ ਮੈਨੂੰ ਅੱਖ ਦਾ ਇਸ਼ਾਰਾ ਕਰ ਦਿਓ। ਮੈਂ ਸਮਰੱਥ ਹਾਂ ਸਗਰੀ ਭਾਂਤ। ਮੈਂ ਹਰ ਤਰ੍ਹਾਂ ਨਾਲ ਸਮਰੱਥ ਹਾਂ, ਮੇਰੇ ਕੋਲ ਬੜੀ ਪਾਵਰ, ਬੜੀ ਸ਼ਕਤੀ ਹੈ ਗੁਰੂ ਜੀ। ਚਾਹੋ ਸੋ ਕਰੋ ਵੇਖੋ ਸਖਿਆਤ। ਜੇ ਉਹ ਚਾਹਾਂ ਮੈਂ ਹੁਣ ਕਰ ਸਕਦਾ, ਤੁਸੀਂ ਵੇਖੋ ਤਾਂ ਸਹੀ ਮੇਰੇ ਹੱਥ। ਮੈਨੂੰ ਮਹਾਰਾਜ ਮਾੜਾ ਜਿਹਾ ਇਸ਼ਾਰਾ ਤਾਂ ਦਿਓ, ਫਿਰ ਮੈਂ ਦੇਖੋ ਇਹਨਾਂ ਨੂੰ ਕਿਵੇਂ ਦਿਨੇ ਤਾਰੇ ਦਿਖਾਉਂਦਾ ਹਾਂ। 100,000 ਲੱਖਨ ਕਿਆ ਗਨਾਉ। ਮਹਾਰਾਜ ਮੈਂ ਸੈਂਕੜਿਆਂ ਨੂੰ, ਹਜ਼ਾਰਾਂ ਨੂੰ, ਲੱਖਾਂ ਨੂੰ ਕੁਛ ਵੀ ਨਹੀਂ ਸਮਝਦਾ ਹੁਣ। ਤੁਰਕ ਤੁਰਕ ਪਤ ਜੁਤ ਸਭ ਹਨੋ। ਮਹਾਰਾਜ ਸਮੇਤ ਔਰੰਗਜ਼ੇਬ ਦੇ ਇਹਨਾਂ ਸਾਰਿਆਂ ਤੁਰਕਾਂ ਦਾ ਨਾਮੋ ਨਿਸ਼ਾਨ ਮਿਟਾ ਸਕਦਾ ਹਾਂ। ਬਾਕੀ ਸੰਤ ਤੁਰਹਿ ਨ ਜੈਸੇ। ਅੱਗੇ ਇਹਨਾਂ ਦੀ ਔਲਾਦ ਵੀ ਨਾ ਰਵੇ, ਇਹਨਾਂ ਦਾ ਨਾਂ ਲੈਣ ਵਾਲਾ ਵੀ ਨਾ ਕੋਈ ਰਵੇ, ਇਹਨਾਂ ਦੀ ਜਨਰੇਸ਼ਨ ਹੀ ਖਤਮ ਕਰ ਦਿਆਂਗਾ। ਮੈਂ ਕਰ ਕਰਮ ਦਿਖਾਵਾਂ ਐਸੇ। ਏ ਸਤਿਗੁਰੂ, ਮੈਂ ਇਹੋ ਜਿਹਾ ਕਰਮ ਤੁਹਾਡੀ ਕਿਰਪਾ ਨਾਲ ਕਰਕੇ ਦਿਖਾ ਸਕਦਾ ਵੀ ਤੁਰਕਾਂ ਨੂੰ ਨਾਨੀ ਯਾਦ ਆ ਜਾਏਗੀ, ਕੰਨਾਂ ਨੂੰ ਹੱਥ ਲਾਣਗੇ, ਗਲਤੀ ਮੰਨਣਗੇ ਆਪਣੀ। ਇਹ ਮਹਿ ਜੇ ਬਿਲੰਬ ਕਛ ਲਹੋ। ਜੇ ਮਹਾਰਾਜ ਇਹਦੇ ਵਿੱਚ ਕੁਝ ਦੇਰੀ ਸਮਝਦੇ ਹੋ, ਅਪਰ ਕਰੋ ਜੇ ਆਇਸ ਕਹੋ। ਤੇ ਕੁਝ ਹੋਰ ਕਰਨਾ ਤੇ ਉਹ ਕਰ, ਆਗਿਆ ਦਿਓ, ਬਸ ਹੁਕਮ ਦਿਓ। ਹੁਣ ਮੇਰੇ ਤੋਂ ਵੀ ਦੇਖਿਆ ਨਹੀਂ ਜਾਂਦਾ, ਮੇਰੇ ਕੋਲੋਂ ਆਪਣੇ ਗੁਰੂ ਦੀ ਬੇਅਦਬੀ ਜਰੀ ਨਹੀਂ ਜਾਂਦੀ। ਦਿੱਲੀ ਅਰ ਲਵਪੁਰ ਬਟਖਾਨਾ। ਦਿੱਲੀ ਤੇ ਲਾਹੌਰ ਵੱਡੇ ਵੱਡੇ ਜਿਹੜੇ ਤੁਰਕਾਂ ਦੇ ਸ਼ਹਿਰ ਹਨ, ਜਿਨ ਮਹਿ ਤੁਰਕਨ ਜ਼ੋਰ ਮਹਾਨਾ। ਜਿੱਥੇ ਤੁਰਕਾਂ ਦਾ ਜ਼ੋਰ ਹੈ, ਜਿੱਥੇ ਤੁਰਕਾਂ ਦਾ ਸਿੱਕਾ ਚੱਲਦਾ, ਦਿੱਲੀ ਵਿੱਚ, ਲਾਹੌਰ ਵਿੱਚ, ਆਗਰੇ ਵਿੱਚ, ਵੱਡੇ ਵੱਡੇ ਜਿਹੜੇ ਸੂਬੇ ਹਨ 22 ਇਹਨਾਂ ਦੇ, ਇਸਤਰੀ ਆਦ ਸੁਤਾ ਸੁਤ ਸਾਰੇ। ਇਹਨਾਂ ਦੇ ਧੀਆਂ ਪੁੱਤ, ਇਸਤਰੀਆਂ, ਬੇਗਮਾਂ, ਬੱਚੇ, ਬੁੱਢੇ। ਬਸ ਹੈ ਮਲੇਸ਼ ਸਹਿਤ ਪਰਿਵਾਰੇ। ਜਿੱਥੇ ਮਲੇਸ਼ ਪਰਿਵਾਰਾਂ ਸਮੇਤ ਵਸਦੇ ਨੇ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਇਹ ਧਰਤੀ ਉੱਤੇ ਪਾਪ ਕਰਦੇ ਨੇ, ਗਊ ਗਰੀਬਾਂ ਦੇ ਜ਼ੁਲਮ ਕਰਦੇ ਨੇ, ਈਰਖਾ ਤੇ ਦਵੈਸ਼ ਨਾਲ ਭਰੇ ਹੋਏ ਨੇ। ਸਾਧ ਸੰਗਤ ਜੀ, ਧਰਮ ਤਾਂ ਸਾਰੇ ਹੀ ਚੰਗੇ ਹੁੰਦੇ ਨੇ, ਕੋਈ ਮਾੜਾ ਨਹੀਂ ਹੁੰਦਾ, ਪਰ ਜਿਹੜੀ ਕੱਟੜਤਾ ਹੁੰਦੀ ਹੈ ਨਾ, ਜਿਹੜੇ ਧਰਮ 'ਚ ਆ ਜਾਵੇ, ਉਹਦੇ 'ਚ ਫਿਰ ਈਰਖਾ ਤੇ ਦਵੈਸ਼ ਵੀ ਆ ਜਾਂਦੀ ਹੈ। ਆ ਕੱਲ੍ਹ ਪਰਸੋਂ ਤੁਸੀਂ ਦੇਖਿਆ ਹੀ ਹੈ, ਕਿੱਡਾ ਮੁਤੱਸਬ ਉਹਨਾਂ ਲੋਕਾਂ ਨੇ ਦਿਖਾਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਜਿਹੜਾ ਬਣਿਆ ਹੋਇਆ ਸੀ ਕਿਲ੍ਹਾ ਲਾਹੌਰ ਦੇ ਵਿੱਚ, ਉਹਦੀ ਨਿਰਾਦਰੀ ਕੀਤੀ ਹੈ। ਤੇ ਇੱਕ ਪਠਾਨ ਬੋਲੀ ਜਾਂਦਾ ਸੀ, ਸਿੱਖੋ ਉਹ ਹਰੀ ਸਿੰਘ ਨਲੂਏ ਨੇ ਤੇ ਸਾਡੇ ਮੁਸਲਮਾਨਾਂ ਦੀ ਮਦਦ ਨਾਲ ਰਾਜ ਕਰ ਲਿਆ ਸ਼ੇਰੇ ਪੰਜਾਬ ਨੇ। ਉਹ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਭੜਕਾਉਂਦੇ ਹਨ, ਪਰ ਸੱਚਾਈ ਤਾਂ ਮੁੜ ਕੇ ਸਾਹਮਣੇ ਆ ਜਾਣੀ ਹੈ। ਸ਼ਬਦ ਦੀ ਕਲਾ ਵਰਤਣੀ ਹੈ ਸਾਰੇ ਸੰਸਾਰ ਵਿੱਚ। ਜਦੋਂ ਗੁਰੂ ਨਾਨਕ ਦੀ ਬਾਣੀ ਗੁਰੂ ਕੇ ਸਿੱਖ ਪੜ੍ਹਨਗੇ, ਅਸੀਂ ਨਲੂਏ ਵਰਗੇ ਨਹੀਂ ਬਣ ਸਕਦੇ। ਉਹਦਾ ਕਾਰਨ ਇਹੀ ਹੈ ਵੀ ਸਾਡੇ ਕੋਲ ਹੁਣ ਬਾਣੀ ਨਹੀਂ ਰਹੀ, ਉਹਨਾਂ ਵਾਲਾ ਬਾਣਾ ਨਹੀਂ ਰਿਹਾ। ਜਥੇਦਾਰ ਹਰੀ ਸਿੰਘ ਜੀ ਨਲੂਆ 5 ਗ੍ਰੰਥੀ ਤੇ 10 ਗ੍ਰੰਥੀ ਦਾ ਰੋਜ਼ ਦਾ ਨਿਤਨੇਮ ਕਰਦੇ ਸੀ। ਲਗਭਗ 10 ਘੰਟੇ ਬਾਣੀ ਪੜ੍ਹੀ ਜਾਣੀ, ਜਪੀ ਜਾਣਾ, ਰਹਿ ਰਾਸ ਤੱਕ ਸਾਰਾ ਦਿਨ। ਜੰਗ ਦੇ ਵਿੱਚ ਵੀ ਰਹਿਣਾ ਤੇ ਗੁਰਬਾਣੀ ਨਾਲ ਵੀ ਜੁੜੇ ਰਹਿਣਾ। ਜਿਹੜਾ ਬਾਣੀ ਨਾਲ ਜੁੜਿਆ ਉਹਦੇ ਅੰਦਰ ਫਿਰ ਰੂਹਾਨੀ ਸ਼ਕਤੀ ਆ ਜਾਂਦੀ, ਉਹਦੇ ਸਾਹਮਣੇ ਕੋਈ ਠਹਿਰਦਾ ਨਹੀਂ। ਸੋ ਸਾਧ ਸੰਗਤ ਜੀ, ਖਾਲਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਬੜੀਆਂ ਵੱਡੀਆਂ ਬਰਕਤਾਂ ਦਿੱਤੀਆਂ। ਜੇ ਆਪਾਂ ਗੁਰੂ ਦੇ ਭਾਣੇ 'ਚ ਆ ਜਾਈਏ, ਬਾਣੀ ਬਾਣੇ 'ਚ ਤਿਆਰ ਬਰ ਤਿਆਰ, ਫਿਰ ਸਾਨੂੰ ਨਹੀਂ ਕੋਈ ਹਰਾ ਸਕਦਾ। ਇਹ ਜਿਹੜੇ ਮੁਤੱਸਬੀ ਲੋਕ ਹਨ, ਇਹ ਤਾਂ ਪਲ ਵਿੱਚ ਹੀ ਝੜ ਜਾਣੇ ਹਨ। ਮਹਾਰਾਜ ਦਾ ਬਚਨ ਹੈ ਕਲਗੀਧਰ ਪਾਤਸ਼ਾਹ ਜੀ ਦਾ, ਕਹਿੰਦੇ ਡੰਕਾ ਬਾਜੇ ਫਤਿਹ ਕਾ, ਗੁਰੂ ਨੇਕ ਲੰਕ ਅਵਤਾਰ।
ਨੇਕ ਲੰਕ ਚੜੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਹੈ, ਨੇਕ ਲੰਕ ਬਜੀ ਡੰਕ ਚੜੂ ਦਲ ਰਵਿੰਦ ਜੀ। ਨੇਕ ਲੰਕ ਅਕਾਲ ਪੁਰਖ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਚੜ੍ਹਨੀਆਂ, ਫਿਰ ਸਾਰੇ ਪਾਸੇ ਸਫਾਈ ਹੋਣੀ ਹੈ, ਧਰਮ ਦਾ ਨਾਸ ਤੇ ਧਰਮ ਦਾ ਪ੍ਰਕਾਸ਼ ਹੋਣਾ। ਸੋ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਕਹਿ ਰਿਹਾ ਹੈ, ਮਹਾਰਾਜ ਮੈਥੋਂ ਬੇਅਦਬੀ ਨਹੀਂ ਵੇਖੀ ਜਾਂਦੀ, ਇਹ ਬੜਾ ਪਾਪ ਕਰਦੇ ਨੇ, ਜ਼ੁਲਮ ਕਰਦੇ ਨੇ, ਮਲੇਸ਼ ਮੈਲੀ ਇੱਛਾ ਰੱਖਦੇ ਨੇ, ਦੂਜਾ ਕੋਈ ਧਰਮ ਰਵੇ ਹੀ ਨਾ, ਦੂਜਾ ਕੋਈ ਇਨਸਾਨ ਜੀਵੇ ਹੀ ਨਾ, ਕੋਈ ਆਜ਼ਾਦ ਨਾ ਰਵੇ, ਸਾਡੇ ਗੁਲਾਮ ਬਣ ਕੇ ਰਹਿਣ ਸਾਰੇ। ਗੁਰੂ ਤੇਗ ਬਹਾਦਰ ਸਾਹਿਬ ਦਾ ਇਸਲਾਮ ਨਾਲ ਕੋਈ ਵੈਰ ਨਹੀਂ ਸੀਗਾ, ਨਾ ਹਿੰਦੂਆਂ ਨਾਲ ਕੋਈ ਉਹਨਾਂ ਦੀ ਬਹੁਤੀ ਬਈ ਉਹ ਉਹਨਾਂ ਤੋਂ ਕੁਝ ਲੈਣਾ ਸੀ। ਗੱਲ ਇਹ ਸੀ ਵੀ ਕੋਈ ਕਿਸੇ ਨੂੰ ਕਿਉਂ ਆਪਣੀ ਈਨ ਮਨਾਵੇ, ਹਰ ਇੱਕ ਬੰਦੇ ਨੂੰ ਆਜ਼ਾਦੀ ਹੈ, ਉਹ ਆਪਣੇ ਧਰਮ ਦੇ ਵਿੱਚ ਪੂਜਾ ਕਰੇ, ਪਾਠ ਕਰੇ, ਨਮਾਜ਼ ਪੜ੍ਹੇ, ਮੰਦਰ ਜਾਵੇ, ਗੁਰਦੁਆਰੇ ਜਾਵੇ, ਮਸੀਤ ਜਾਵੇ, ਉਹਨੂੰ ਕਿਉਂ ਰੋਕਦੇ ਹੋ? ਸੋ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਕਹਿੰਦਾ, ਮਹਾਰਾਜ ਇਹ ਮਲੇਸ਼ ਗਊ ਗਰੀਬ ਨੂੰ ਮਾਰਦੇ ਹਨ। ਦੋਨੋਂ ਨਗਰਨ ਕੀ ਛਿਤ ਜੇਤੀ। ਮਹਾਰਾਜ ਹੁਕਮ ਦਿਓ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਜਿੰਨੀ ਧਰਤੀ ਦਿੱਲੀ ਤੇ ਲਾਹੌਰ ਦੀ ਹੈ ਆਪਣੇ ਹੱਥ ਉਠਾਵੋਂ ਤੇਤੀ। ਮੈਂ ਦੋਵਾਂ ਹੱਥਾਂ 'ਚ ਚੁੱਕ ਲਵਾਂ। ਮਹਾਰਾਜ ਮੇਰੀ ਇੰਨੀ ਪਾਵਰ ਆ ਗਈ ਹੈ ਕਿ ਮੈਂ ਇੱਕ ਹੱਥ 'ਚ ਦਿੱਲੀ ਚੁੱਕ ਸਕਦਾ ਤੇ ਦੂਜੇ ਹੱਥ ਵਿੱਚ ਲਾਹੌਰ ਚੁੱਕ ਸਕਦਾ ਹਾਂ। ਵੱਡੇ ਬੇਗ ਸੋ ਇਨ ਟਕਰਾਏ। ਤੇ ਐਦਾਂ ਦੋਵਾਂ ਨੂੰ ਪੜ੍ਹਾ ਦਿਆਂ ਜ਼ੋਰ ਦੇ ਨਾਲ, ਬੇਗ ਦੇ ਨਾਲ। ਇੱਕ ਪਾਸੇ ਇੱਕ ਮੁੱਠੀ 'ਚ ਲਾਹੌਰ ਚੁੱਕ ਕੇ, ਦੂਜੀ ਦੇ ਵਿੱਚ ਦਿੱਲੀ ਚੁੱਕ ਕੇ ਤੇ ਪੜ੍ਹਾ ਸਕਦਾ ਗੁਰੂ ਸਾਹਿਬ ਤੁਹਾਡੀ ਕਿਰਪਾ ਨਾਲ। ਭਗਨ ਘਰੋਂ ਮੰਦਰ ਸਮਦਾਏ। ਇਹਨਾਂ ਦੇ ਮਹਿਲ ਮਾੜੀਆਂ ਮੰਦਰ ਮਕਾਨ ਜਿਹੜੇ ਬਣੇ ਹੋਏ ਨੇ ਤਹਿਸ਼ ਨਹਿਸ਼ ਕਰ ਸਕਦਾ ਹਾਂ। ਇਹਨਾਂ ਦੇ ਸ਼ਹਿਰਾਂ ਦਾ ਨਾਮੋ ਨਿਸ਼ਾਨ ਨਜ਼ਰ ਨਾ ਆਵੇ, ਇਹੋ ਜੀ ਮੈਂ ਇਹਨਾਂ ਨੂੰ ਸਜ਼ਾ ਦੇ ਸਕਦਾ ਹਾਂ। ਪੁਨ ਆਉਂਦੇ ਕਰ ਦੇਵੋਂ ਗੇਰ। ਮੁੱਦੇ ਕਰਕੇ ਸੁੱਟ ਦਿਆਂ ਤੁਰਕ, ਇਹਨਾਂ ਦੇ ਸ਼ਹਿਰ ਹੀ ਮੁੱਦੇ ਕਰਦੇ ਨੇ, ਮੁਲਕ ਮੁੱਦੇ ਕਰਦੇ ਆ ਮਹਾਰਾਜ ਜੀ। ਜਿਸ ਤੇ ਦੁਸ਼ਟ ਨ ਉਕਸਹਿ ਫੇਰ। ਮੁੜ ਕੇ ਦੁਸ਼ਟ ਫਿਰ ਸਾਹ ਨਾ ਲੈਣ, ਮੁੜ ਕੇ ਸਿਰ ਨਾ ਚੁੱਕਣ, ਇਹੋ ਜਿਹੇ ਪਾਪੀਆਂ ਨੂੰ, ਦੁਸ਼ਟਾਂ ਨੂੰ ਮੈਂ ਸਜ਼ਾ ਦਵਾਂ। ਇਤਿਆਦਿਕ ਹੈ ਸ਼ਕਤ ਵਿਸਾਲਾ। ਇਸ ਪ੍ਰਕਾਰ ਦੀ ਮੇਰੇ 'ਚ ਸ਼ਕਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਬਾਕ ਆਪ ਕੀ ਜਹ ਇਸ ਕਾਲਾ। ਆਪ ਸਿਰਫ ਹੁਕਮ ਕਰੋ, ਬਚਨ ਕਰੋ ਪਾਤਸ਼ਾਹ ਜੀ। ਰਾਵਰ ਕੇਰ ਅਨਾਦਰ ਕਰਈ। ਹੇ ਪਾਤਸ਼ਾਹ, ਇਹ ਤੁਹਾਡਾ ਅਨਾਦਰ ਕਰਦੇ ਨੇ, ਤੁਹਾਡੀ ਬੇਅਦਬੀ ਕਰਦੇ ਨੇ, ਤੁਹਾਨੂੰ ਕੌੜਾ ਬੋਲਦੇ ਨੇ, ਆਪ ਜੀ ਨੂੰ ਹਵਾਲਾਤਾਂ 'ਚ ਬੰਦ ਕਰਦੇ ਨੇ। ਮਹਾਰਾਜ ਇਹਨਾਂ ਨੂੰ ਮੈਂ ਸਜ਼ਾ ਦੇਣੀ ਚਾਹੁੰਦਾ ਹਾਂ। ਤੁਰਕ ਮੰਦ ਮਤ ਕੁਛ ਨਾ ਵਿਚਰਈ। ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਮੰਦ ਮਤੀਏ ਤੁਰਕ ਮਹਾਰਾਜ ਕੋਈ ਵਿਚਾਰ ਹੀ ਨਹੀਂ ਕਰਦੇ ਵੀ ਗੁਰੂਆਂ ਪੀਰਾਂ ਦਾ ਸਤਿਕਾਰ ਕਿਵੇਂ ਕਰੀਦਾ ਹੈ। ਇਹਨਾਂ ਨੂੰ ਵੱਡੇ ਛੋਟੇ ਦੀ ਤਮੀਜ਼ ਹੀ ਕੋਈ ਨਹੀਂ ਹੈ। ਇਹ ਮੂਰਖ ਹਨ ਤੁਰਕ ਸੱਚੇ ਪਾਤਸ਼ਾਹ ਜੀਓ। ਚੌਕੀਦਾਰ ਖਰੇ ਚਹੁ ਪਾਸੇ। ਆਲੇ ਦੁਆਲੇ ਚੌਕੀਦਾਰ ਪਹਿਰੇਦਾਰ ਬਰਛੇ ਫੜ ਕੇ ਖਲੋਤੇ ਸਨ। ਕੈਦ ਕਰਿਓ ਚਾਹਤ ਦੁਖ ਰਾਸੇ। ਤੇ ਗੁਰੂ ਸਾਹਿਬ ਜੀ ਨੂੰ ਕੈਦ ਕਰਨਾ ਚਾਹੁੰਦੇ ਸਨ ਵੀ ਆਪਣੀ ਪਹਿਰੇ 'ਚ ਰੱਖੀਏ। ਭਲਾ ਪਰਮੇਸ਼ਰ ਵੀ ਕਦੀ ਕੈਦ ਵਿੱਚ ਆਇਆ? ਪਰਮੇਸ਼ਰ ਨੂੰ ਕੌਣ ਕੈਦ ਕਰ ਸਕਦਾ? ਉਹ ਤਾਂ ਮਹਾਰਾਜ ਦੀ ਲੀਲਾ ਸੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਇਨ ਤੇ ਕਿਉਂ ਸਹੀਏ ਅਪਮਾਨ। ਇਹ ਮਹਾਰਾਜ ਇਹਨਾਂ ਮੂਰਖਾਂ ਤੋਂ, ਇਹਨਾਂ ਪਾਪੀਆਂ ਤੋਂ, ਇਹਨਾਂ ਦੁਸ਼ਟਾਂ ਤੋਂ ਕਿਉਂ ਅਪਮਾਨ ਕਰਾਉਂਦੇ ਹੋ ਆਪਣਾ? ਆਪ ਜੀ ਦਾ ਅਨਾਦਰ ਕਰਦੇ ਨੇ, ਬੇਇੱਜ਼ਤੀ ਕਰਦੇ ਨੇ, ਅਪਮਾਨ ਕਰਦੇ ਨੇ, ਕਿਉਂ ਸਹਿੰਦੇ ਹੋ ਸਤਿਗੁਰੂ ਜੀ? ਐਸੀ ਕਰਹੁ ਪਰ ਹੈ ਭਗਵਾਨ। ਮਹਾਰਾਜ ਮੈਂ ਇਹਨਾਂ ਇਹੋ ਜਿਹੇ ਹੱਥ ਲਾਵਾਂਗਾ, ਇਹੋ ਜਿਹੇ ਇਹਨਾਂ ਨੂੰ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਜ਼ਾ ਦਿਆਂਗਾ। ਤੁਹਾਡੇ ਪੈਰਾਂ ਦੇ ਪੈ ਕੇ ਮਾਫੀਆਂ ਮੰਗਣਗੇ, ਅਰੜਾ ਕੇ ਕਹਿਣਗੇ ਛੱਡ ਦਿਓ ਸਾਨੂੰ, ਬਖਸ਼ਾ ਲਓ ਸਾਨੂੰ। ਇਮ ਸਿੱਖ ਤੇ ਸੁਨ ਕਰ ਮੁਸਕਾਏ। ਆਪਣੇ ਪਿਆਰੇ ਸਿੱਖ ਦੇ ਬਚਨ ਸੁਣ ਕੇ ਸਤਿਗੁਰੂ ਹੱਸ ਪਏ, ਮੁਸਕਰਾ ਪਏ। ਗਹੀ ਬਾਹੋਂ ਗੁਰ ਹਾਥ ਦਬਾਏ। ਤੇ ਮਹਾਰਾਜ ਨੇ ਉਹਦੀ ਬਾਂਹ ਫੜ ਲਈ, ਮਤੀ ਦਾਸ ਦੀ ਬਾਂਹ ਫੜ ਕੇ ਤੇ ਘੁੱਟ ਦਿੱਤੀ। ਐਂਚਨ ਕੀਨ ਸ਼ਕਤ ਜੇ ਭਈ। ਬਾਂਹ ਫੜ ਕੇ ਜਿਹੜੀ ਘੁੱਟਿਆ ਨਾ, ਜਿੰਨੀ ਸ਼ਕਤੀ ਰਾਤ ਦਿੱਤੀ ਸੀ ਉਹ ਵਾਪਸ ਖਿੱਚ ਲਈ। ਸ਼ੂਸ਼ੀ ਦੇਹ ਤਥਾ ਹੋਏ ਗਈ। ਜਦੋਂ ਸਰੀਰ ਵਿੱਚੋਂ ਸ਼ਕਤੀ ਨਿਕਲ ਗਈ, ਖਾਲੀ ਕਰ ਦਿੱਤਾ, ਉਹ ਜਿਹੜੀ ਫੀਲਿੰਗ ਆ ਰਹੀ ਸੀ
ਪਾਵਰ ਆ ਰਹੀ ਸੀ, ਐਨਰਜੀ ਆ ਰਹੀ ਸੀ, ਮੈਂ ਦਿੱਲੀ ਤੇ ਲਾਹੌਰ ਦੀ ਇੰਟਰਨੈਟ ਖੜਕਾ ਦਿਆਂ। ਉਹ ਜਦੋਂ ਵਾਪਸ ਖਿੱਚ ਲਈ ਤਾਂ ਉਸ ਵੇਲੇ ਭਾਈ ਮਤੀ ਦਾਸ ਜੀ ਨੂੰ ਮਹਿਸੂਸ ਹੋਇਆ ਵੀ ਸਤਿਗੁਰੂ ਹੀ ਆਪ ਕਰਨ ਕਰਾਵਣ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ। ਇਹ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਸ਼ਕਤੀ ਦੇਣ ਵਾਲੇ ਨੇ ਤੇ ਆਪ ਹੀ ਸ਼ਕਤੀ ਲੈਣ ਵਾਲੇ ਨੇ। ਜਥਾ ਊਖ ਤੇ ਰਸ ਨਿਕਸਾਵੈ। ਜਿਵੇਂ ਗੰਨੇ ਵਿੱਚੋਂ ਰਸ ਕੱਢ ਲਈਏ ਤੇ ਪਿੱਛੇ ਫੋਕ ਰਹਿ ਜਾਂਦਾ ਹੈ, ਖੋਰ ਰਹੇ ਬਿਨ ਸਾਰ ਗਿਰਾਵੈ। ਉਹ ਖਾਲੀ ਉਹਦਾ ਛਿਲਕਾ ਹੀ ਰਹਿ ਜਾਂਦਾ ਹੈ। ਭਇਓ ਅਸਾਰ ਲਖਿਓ ਮਨ ਮਾਹੀ। ਏਦਾਂ ਭਾਈ ਮਤੀ ਦਾਸ ਵਿੱਚੋਂ ਪਾਵਰ ਜਦੋਂ ਖਿੱਚ ਲਈ, ਉਹਨੂੰ ਮਹਿਸੂਸ ਹੋਇਆ ਵੀ ਹੁਣ ਮੈਂ ਖਾਲੀ ਹੋ ਗਿਆ ਹਾਂ। ਪ੍ਰਥਮ ਸ਼ਕਤ ਉਰ ਪਈਅਤ ਨਾਹੀ। ਤੇ ਪਹਿਲੇ ਵਾਲੀ ਜਿਹੜੀ ਰਾਤ ਦੀ ਪਾਵਰ ਮਹਿਸੂਸ ਹੋਣ ਲੱਗੀ ਸੀ ਵੀ ਮੈਂ ਕੁਛ ਦਾ ਕੁਛ ਕਰ ਸਕਦਾ ਹਾਂ, ਉਹ ਜਿਹੜੀ ਫੀਲਿੰਗ ਆ ਰਹੀ ਸੀ, ਜਿਹੜਾ ਅਨੁਭਵ ਆ ਰਿਹਾ ਸੀ, ਉਹ ਹੁਣ ਨਹੀਂ ਆ ਰਿਹਾ। ਉਹ ਸ਼ਕਤੀ ਅੰਦਰੋਂ ਨਿਕਲ ਚੁੱਕੀ ਹੈ। ਪਛਤਾਪ ਕਰਤ ਦੁਖ ਪਾਵੈ। ਹੁਣ ਪਛਤਾਣ ਲੱਗ ਪਏ ਭਾਈ ਸਾਹਿਬ, ਮਨ 'ਚ ਦੁਖੀ ਹੋਏ ਵੀ ਮੈਂ ਗੁਰੂ ਸਾਹਿਬ ਦੇ ਸਾਹਮਣੇ ਆਪਾ ਜਣਾ ਬੈਠਾ ਹਾਂ। ਹਾਂਜੀ, ਇਹ ਕਿਆ ਭਇਓ ਹਿਰਦੈ ਮੁਰਝਾਵੈ। ਇਹ ਕੀ ਹੋ ਗਿਆ? ਮਨ ਵਿੱਚ ਬੜਾ ਹੀ ਭਾਈ ਸਾਹਿਬ ਪਛਤਾਏ ਹਨ, ਮੁਰਝਾਏ ਹਨ। ਸਤਿਗੁਰ ਕਹਿਓ ਕਰੋ ਜਿਮ ਹੋਵੈ। ਹੱਸ ਕੇ ਕਹਿਣ ਲੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਕਰੋ ਭਾਈ ਜੀ, ਕੁਛ ਕਰੋ, ਜੇ ਕੁਝ ਕਰ ਸਕਦੇ ਹੋ ਦਿਖਾਓ ਕੋਈ ਕਰਾਮਾਤ। ਟਕਰਾਵਹੁ ਪੁਰ ਜੀ ਵੱਡ ਦੋਵੈ। ਜੇ ਦਿੱਲੀ ਤੇ ਲਾਹੌਰ ਦੀ ਤੁਸੀਂ ਇੰਟਰਨੈਟ ਖੜਕਾਣੀ ਹੈ ਤੇ ਖੜਕਾਓ, ਹੁਣ ਟਕਰਾ ਦਿਓ ਦੋਵਾਂ ਸ਼ਹਿਰਾਂ ਨੂੰ ਆਪਸ ਵਿੱਚ। ਹਿਮ ਸੁਣ ਕੇ ਬੋਲਿਓ ਕਰ ਜੋਰ। ਇਹ ਬਚਨ ਸੁਣ ਕੇ ਦੋਵੇਂ ਹੱਥ ਜੋੜ ਲਏ ਤੇ ਬੜੀ ਸ਼ਰਧਾ ਨਾਲ, ਨਿਮਰਤਾ ਨਾਲ ਸਿੱਖ ਬੋਲਿਆ। ਭਇਓ ਦੀਨ ਦਿਖ ਤਿਨ ਮੁਖ ਔਰ। ਔਰ ਨਿਵਾਣਾ ਜਿਹਾ ਹੋ ਕੇ ਮਹਾਰਾਜ ਦੇ ਮੂੰਹ ਵੱਲ ਵੇਖਣ ਲੱਗਾ ਤਰਸ ਭਰੀਆਂ ਅੱਖਾਂ ਦੇ ਨਾਲ। ਕਰਨ ਹਰਨ ਜਗ ਤੇ ਤੁਮ ਵਰਤਾ। ਇਹ ਸੱਚੇ ਪਾਤਸ਼ਾਹ, ਕਰਨ ਵਾਲੇ ਵੀ ਤੁਸੀਂ, ਕਰਾਉਣ ਵਾਲੇ ਵੀ ਤੁਸੀਂ, ਹਰਨ ਵਾਲੇ ਵੀ ਤੁਸੀਂ ਤੇ ਭਰਨ ਵਾਲੇ ਵੀ ਤੁਸੀਂ। ਤੁਸੀਂ ਇਸ ਸੰਸਥੀ ਦੇ ਮਾਲਕ ਹੋ ਸੱਚੇ ਪਾਤਸ਼ਾਹ, ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ। ਚਾਹੇ ਕਰੋ ਸਭ ਹਿਨ ਕੇ ਕਰਤਾ। ਸਭ ਦੇ ਕਰਤੇ ਤੁਸੀਂ ਹੋ ਮਹਾਰਾਜ। ਮਾਨੁਖ ਕੈ ਕਛ ਨਾਹੀ ਹਾਥ। ਸਾਡੇ ਹੱਥ ਕੁਛ ਨਹੀਂ ਹੈ ਮਹਾਰਾਜ, ਜਿਵੇਂ ਚਾਹੋ ਉਵੇਂ ਹੀ ਕਰ ਸਕਦੇ ਹੋ ਆਪ ਜੀ। ਲਖੀ ਨ ਮਹਿਮਾ ਅਦਕ ਪ੍ਰਤਾਪਾ। ਇਹ ਮਹਾਰਾਜ, ਮੈਂ ਮੂਰਖ ਕੀ ਕੇਤਕ ਬਾਤ ਹੈ। ਮੈਂ ਮੂਰਖਾਂ, ਮੈਨੂੰ ਕੀ ਪਤਾ, ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ, ਭੁੱਲ ਗਿਆ ਮਹਾਰਾਜ। ਕਰਿਓ ਜਨਾਵਨ ਕੋ ਮੈਂ ਆਪਾ। ਮੈਂ ਆਪ ਜੀ ਦੇ ਸਾਹਮਣੇ ਆਪਾ ਜਣਾਇਆ ਵੀ ਮੈਂ ਵੀ ਕੁਝ ਹਾਂ। ਨਾਨਕ ਜੇ ਕੋ ਆਪੋ ਜਾਣੈ, ਅੱਗਾ ਗਿਆ ਨਾ ਸੋ ਹੈ। ਜਿਹੜਾ ਵਾਹਿਗੁਰੂ ਦੇ ਦਰ ਤੇ ਜਾਵੇ ਤੇ ਉੱਥੇ ਜਾ ਕੇ ਕਹੇ ਮੈਂ ਵੀ ਹਾਂ ਕੁਝ, ਉਹ ਫਿਰ ਸਾਧ ਸੰਗਤ ਜੀ ਸੋਭਾ ਨਹੀਂ ਪਾਉਂਦਾ। ਨਾਨਕ ਜੇ ਕੋ ਆਪੋ ਜਾਣੈ, ਆਪਣੇ ਆਪ ਨੂੰ ਸ਼ੋਅ ਕਰਨਾ ਵੀ ਮੈਂ ਕੁਝ ਕਰ ਸਕਦਾ। ਜਾਵੇ ਜਾਣੈ ਮੈਂ ਕਿਛ ਕਰਤਾ। ਕੋਈ ਵੀ ਚੀਜ਼, ਨਿੱਕੀ ਤੋਂ ਨਿੱਕੀ ਗੱਲ ਜੇ ਮੈਂ ਕਰਤਾ ਤਾਂ ਮਹਾਰਾਜ ਕਹਿੰਦੇ ਫਿਰ ਸੁਣ ਲਓ, ਤਬਲਾ ਗਰਭ ਜੋਨ ਮੈਂ ਫਿਰਤਾ। ਉਹਨਾਂ ਚਿਰ 84 ਦੇ ਗੇੜੇ 'ਚ ਪਿਆ ਰਹੇਗਾ, ਉਹਨਾਂ ਚਿਰ ਮੁਕਤੀ ਨਹੀਂ ਹੁੰਦੀ, ਉਹਨਾਂ ਚਿਰ ਕਲਿਆਣ ਨਹੀਂ ਹੁੰਦਾ, ਉਹਨਾਂ ਚਿਰ ਜੋਤ ਜੋਤ ਨਾਲ ਨਹੀਂ ਰਲਦੀ। ਜਦੋਂ ਆਪਾਂ ਭਾਵ ਗਵਾ ਕੇ ਬੂੰਦ ਸਾਗਰ 'ਚ ਮਿਲ ਜਾਵੇ, ਗੱਲ ਵੱਖਰੀ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਕਰਕੇ ਕੁਛ ਵਿਖਾ। ਕਹਿੰਦਾ ਮਹਾਰਾਜ ਮੈਂ ਕੁਛ ਵੀ ਨਹੀਂ ਕਰਨ ਜੋਗਾ, ਮੇਰੇ ਤੋਂ ਭੁੱਲ ਹੋ ਗਈ। ਮੈਂ ਆਪ ਜੀ ਦੇ ਸਾਹਮਣੇ ਆਪਾ ਜਣਾ ਬੈਠਾ, ਗੁਰੂ ਦੇ ਸਾਹਮਣੇ ਡੀਂਗਾ ਮਾਰ ਬੈਠਾ ਹਾਂ। ਕਰੋ ਸਹਾਇ ਗੁਰੂ ਕੀ ਅਬੈ। ਮੇਰੇ ਮਨ 'ਚ ਹਉਮੈ ਆ ਗਈ ਵੀ ਮੈਂ ਗੁਰੂ ਦੀ ਸਹਾਇਤਾ ਕਰ ਸਕਦਾ, ਮੈਂ ਗੁਰੂ ਦੀ ਮਦਦ ਕਰ ਸਕਦਾ। ਭਲਾ ਬੰਦਾ ਗੁਰੂ ਦੀ ਕੀ ਮਦਦ ਕਰ ਸਕਦਾ? ਸਾਧ ਸੰਗਤ ਜੀ, ਕਈ ਵਾਰ ਮੇਰੇ ਵਰਗੇ ਸਿੱਖ ਉਹ ਸੋਚਦੇ ਆ ਜੇ ਮੈਂ ਨਾ ਹੋਵਾਂ ਤੇ ਗੁਰਦੁਆਰੇ ਦਾ ਕੰਮ ਹੀ ਨਾ ਚੱਲੇ, ਮੈਂ ਨਾ ਹੋਵਾਂ ਤੇ ਗੁਰਦੁਆਰੇ ਕਥਾ ਨਹੀਂ ਹੋ ਸਕਦੀ, ਮੈਂ ਨਾ ਹੋਵਾਂ ਤੇ ਗੁਰਦੁਆਰੇ ਕੀਰਤਨ ਨਹੀਂ ਹੋ ਸਕਦਾ, ਮੈਂ ਨਾ ਹੋਵਾਂ ਤੇ ਗੁਰੂ ਦਾ ਲੰਗਰ ਨਹੀਂ ਚੱਲ ਸਕਦਾ। ਇਹ ਮੂਰਖਤਾ ਵਾਲੀ ਗੱਲ ਹੈ। ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ। ਇੱਥੇ ਗੁਰੂ ਨੇ ਸੇਵਾ ਕਰਾਈ ਜਾਣੀ ਹੈ, ਸੇਵਾ ਨਹੀਂ ਬੰਦ ਹੁੰਦੀ।
ਤੇ ਸਾਧ ਸੰਗਤ ਜੀ, ਗੁਰੂ ਨੇ ਜੋ ਕਰਾਣਾ ਉਹ ਹੋ ਜਾਣਾ, ਜਿਹੜਾ ਗੁਰੂ ਨੇ ਨਹੀਂ ਕਰਾਣਾ ਹੋ ਨਹੀਂ ਸਕਦਾ। ਜਿੰਨੀ ਮਰਜ਼ੀ ਤਾਕਤ ਲਾ ਲਓ, ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੁਣ ਸਿੱਖ ਕਹਿ ਰਿਹਾ, ਮਹਾਰਾਜ ਮੇਰੀ ਕੀ ਔਕਾਤ ਹੈ ਕਿ ਮੈਂ ਕੁਝ ਕਰ ਸਕਾਂ, ਕਰਨ ਵਾਲੇ ਤਾਂ ਆਪ ਹੀ ਹੋ। ਹਤੋਂ ਤੁਰਕ ਜੇ ਦੋਖੀ ਸਭੈ, ਜਿਹੜੇ ਦੋਖੀ ਹਨ, ਦੁਸ਼ਟ ਹਨ, ਤੁਰਕ ਹਨ, ਮਹਾਰਾਜ ਇਹਨਾਂ ਨੂੰ ਸੋਧਾ ਲਾਉਣ ਦੀ ਇੱਛਾ ਮੇਰੇ ਮਨ 'ਚ ਹੋਈ ਸੀ। ਐਸੀ ਕਰਹੁ ਇਨਹੁ ਕੇ ਸੰਗ, ਮੇਰੇ ਮਨ 'ਚ ਖਿਆਲ ਹੈ ਇਹਨਾਂ ਨੂੰ ਇਹੋ ਜਿਹੀ ਨਾਨੀ ਯਾਦ ਕਰਾਵਾਂ, ਇਹੋ ਜਿਹੀ ਇਹਨਾਂ ਨੂੰ ਸਜ਼ਾ ਦਿਆਂ, ਚੇਤੇ ਕਰਨ ਮੁੜ ਕੇ ਫਿਰ ਇਹੋ ਜਿਹਾ ਗੁਨਾਹ ਨਾ ਕਰਨ। ਜਰ ਸਮੇਤ ਤਰ ਸਗਰੋ ਭੰਗ, ਇਹਨਾਂ ਦੀ ਜੜ੍ਹਾਂ ਹੀ ਪੁੱਟ ਕੇ ਖਾਰੇ ਸਮੁੰਦਰ 'ਚ ਸੁੱਟ ਦਿਆਂ, ਇਹਨਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਿਆਂ। ਭਈ ਸ਼ਕਤ ਜਬ ਮੋਹ ਮਹਿ ਭਾਰੀ, ਜਦੋਂ ਮੇਰੇ ਵਿੱਚ ਇਹ ਸ਼ਕਤੀ ਆਈ ਸੀ ਗੁਰੂ ਜੀ, ਸਰਬ ਜਥਾਰਥ ਗਿਰਾ ਉਚਾਰੀ, ਤੇ ਮੈਂ ਇਹ ਬਚਨ ਕਹਿ ਬੈਠਾ, ਗੁਰੂ ਜੀ ਰਾਵਰ ਨੇ ਬਾਹੂ ਮਮ ਗਹੀ, ਤੁਸੀਂ ਮੇਰੀ ਬਾਂਹ ਫੜ ਕੇ ਮੇਰੀ ਉਹ ਸ਼ਕਤੀ ਵਾਪਸ ਖਿੱਚ ਲਈ ਹੈ। ਭਇਓ ਰੰਗ ਨਾ ਸ਼ਕਤ ਕਛ ਰਹੀ, ਹੁਣ ਤੇ ਮੈਂ ਕੁਝ ਵੀ ਨਹੀਂ ਕਰਨ ਜੋਗਾ ਰਿਹਾ ਮਹਾਰਾਜ। ਉਹ ਪਾਵਰ ਜਿਹੜੀ ਤੁਸੀਂ ਦਿੱਤੀ ਸੀ ਉਹਦੇ ਆਸਰੇ ਤੇ ਮੈਂ ਕਹਿੰਦਾ ਸੀ ਮੈਂ ਕੁਝ ਕਰ ਸਕਦਾ, ਹੁਣ ਉਹ ਮੇਰੇ ਕੋਲ ਰਹੀ ਨਹੀਂ, ਮੈਂ ਖਾਲੀ ਹੋ ਗਿਆ, ਨਿੰਬੂ ਦੀ ਤਰ੍ਹਾਂ ਨਿਚੋੜ ਸੁੱਟਿਆ ਮਹਾਰਾਜ ਤੁਸੀਂ, ਹੁਣ ਮੈਂ ਕੁਝ ਨਹੀਂ ਕਰ ਸਕਦਾ। ਅਖਿਲ ਬਿਨਾਸਿਓ ਜੋ ਮਮ ਤਾਪ, ਜਿੰਨਾ ਮੇਰੇ ਕੋਲ ਤਪ ਤੇਜ ਸੀ ਤੁਸੀਂ ਵਾਪਸ ਲੈ ਲਿਆ। ਜਿਮ ਬਾਸ਼ਤ ਤਿਮ ਵਰਤਹੁ ਆਪ, ਮਹਾਰਾਜ ਤੁਹਾਡੀ ਮਰਜ਼ੀ ਨਾਲ ਹੀ ਸਾਰਾ ਕੁਝ ਹੁੰਦਾ ਹੈ। ਤੁਸੀਂ ਦਾਤਾਂ ਦੇਣ ਵਾਲੇ ਹੋ, ਤੁਸੀਂ ਵਾਪਸ ਲੈਣ ਵਾਲੇ ਹੋ, ਕਰਨ ਵਾਲੇ ਵੀ ਤੁਸੀਂ ਹੋ, ਕਰਾਉਣ ਵਾਲੇ ਵੀ ਤੁਸੀਂ ਹੋ। ਧੀਰਜ ਸਹਿਤ ਗੰਭੀਰ ਉਦਾਰਾ, ਮਹਾਰਾਜ ਸੱਚੇ ਪਾਤਸ਼ਾਹ ਧੀਰਜ ਦੇ ਨਾਲ, ਕਵਨ ਲਖੈ ਪ੍ਰਭਿਆ ਤੁਮਾਰਾ, ਮਹਾਰਾਜ ਆਪ ਜੀ ਵਿਚਰਦੇ ਹੋ, ਗੰਭੀਰ ਆਸ਼ਾ ਤੁਹਾਡਾ, ਤੁਹਾਡੇ ਅਭਿਪਰਾਏ ਨੂੰ, ਤੁਹਾਡੇ ਮਕਸਦ ਨੂੰ, ਤੁਹਾਡੇ ਨਿਰਣੇ ਨੂੰ ਕੋਈ ਦੂਜਾ ਨਹੀਂ ਜਾਣ ਸਕਦਾ। ਕਿਸੇ ਮਨੁੱਖ ਦੀ ਕੀ ਔਕਾਤ ਹੈ ਵੀ ਗੁਰੂ ਦੇ ਹਿਰਦੇ ਦੀ ਗੱਲ ਜਾਣ ਲਵੇ। ਮਹਾਰਾਜ ਅਸੀਂ ਛੋਟੀ ਬੁੱਧੀ ਵਾਲੇ ਆ, ਥੋੜੀ ਮੱਤ ਹੈ ਸਾਡੀ ਮਹਾਰਾਜ, ਥੋੜੀ ਮੱਤ ਵਾਲੇ ਆ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਮੇਰੀ ਮੱਤ ਥੋੜੀ ਹੈ ਮਹਾਰਾਜ, ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ। ਰਚਹੁ ਭਵਿਖਿਅਤ ਕਿਆ ਸੁਬਰਤਾਤ, ਹੇ ਮਹਾਰਾਜ ਅੱਗੇ ਆਉਣ ਵਾਲੇ ਸਮੇਂ ਤੁਸੀਂ ਕੀ ਕਰਨਾ ਹੈ, ਤੁਹਾਨੂੰ ਕੀ ਮਨਜ਼ੂਰ ਹੈ, ਕੀ ਤੁਹਾਡੇ ਦਿਲ ਵਿੱਚ ਚੱਲ ਰਿਹਾ ਤੁਸੀਂ ਜਾਣਦੇ ਹੋ। ਨਹਿ ਕੋ ਜਾਣ ਸਕਹਿ ਅਸਭਾਂਤ, ਇਹ ਮਹਾਰਾਜ ਇਸ ਗੱਲ ਨੂੰ ਹੋਰ ਕੋਈ ਕਿਸੇ ਤਰ੍ਹਾਂ ਵੀ ਨਹੀਂ ਜਾਣ ਸਕਦਾ। ਮਹਾਰਾਜ ਤੁਹਾਡੇ ਹਿਰਦੇ ਦੀ ਗੱਲ ਆਪ ਜੀ ਜਾਣਦੇ ਹੋ, ਹੋਰ ਕਿਸੇ ਦੀ ਸਮਰੱਥਾ ਹੀ ਨਹੀਂ ਹੈ। ਸ੍ਰੀ ਗੁਰੂ ਤੇਗ ਬਹਾਦਰ ਸੁਨ ਕੈ, ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਜੀ ਦੇ ਬਚਨ ਸੁਣ ਕੇ ਕੀਨ ਜਨਾਵਨ ਤਿਸ ਕੋ ਭਨ ਕੈ, ਦੱਸਣ ਲੱਗੇ ਸਾਰੀ ਖੇਡ। ਸ਼ਰਧਾ ਤਹਰ ਸੰਗ ਤੈ ਆਇਓ, ਭਾਈ ਸਿੱਖਾ ਤੂੰ ਸ਼ਰਧਾ ਨਾਲ ਗੁਰੂ ਦੇ ਨਾਲ ਆਇਆ ਹੈ, ਸਿੱਖੀ ਧਰਮ ਭਲੇ ਨਿਭਾਇਓ, ਔਰ ਆਪਣੀ ਸਿੱਖੀ ਨਿਭਾ ਰਿਹਾ। ਇਹ ਸਿੱਖੀ ਦਾ ਧਰਮ ਹੈ ਵੀ ਆਪਣਾ ਤਨ ਮਨ ਧਨ ਗੁਰੂ ਤੋਂ ਵਾਰ ਦੇਵੇ। ਸਿੱਖ ਦਾ ਇਹੀ ਕੰਮ ਹੈ। ਅੱਗੇ ਦਰਗਾਹ ਵਿੱਚ ਫਿਰ ਗੁਰੂ ਦਾ ਕੰਮ ਹੈ। ਆਖੋ ਸ੍ਰੀ ਵਾਹਿਗੁਰੂ। ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਦਿਓ, ਫਿਰ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ, ਫਿਰ ਗੁਰੂ ਆਪੇ ਛੁਡਾ ਲੇਗਾ। ਤੇ ਜੇ ਅਸੀਂ ਆਪਣੇ ਕੋਲ ਕੁਝ ਰੱਖਾਂਗੇ ਫਿਰ ਗੁਰੂ ਕੋਲ ਕੀ ਹੈ, ਫਿਰ ਗੁਰੂ ਨੂੰ ਦਿਆਂਗੇ ਤਾਂ ਹੀ ਕੁਝ ਮਿਲਣਾ ਨਾ। ਸੀਸ ਦੇਣਾ ਪੈਂਦਾ, ਸਤਿਗੁਰ ਅੱਗੇ ਸੀਸ ਭੇਟ ਦਿਓ। ਤੋ ਮਹਾਰਾਜ ਕਹਿੰਦੇ ਤੁਸੀਂ ਆਪਣਾ ਭਾਈ ਫਰਜ਼ ਨਿਭਾ ਰਹੇ ਹੋ ਗੁਰੂ ਵਾਸਤੇ। ਪੁਨ ਤੁਰ ਕਨ ਕੋ ਹੇਰ ਕੁਫੇਰ, ਫਿਰ ਤੁਰਕਾਂ ਦਾ ਇਹ ਕੁਫੇਰ ਜਿਹੜਾ ਚੱਲ ਰਿਹਾ, ਜਿਹੜੀ ਹਨੇਰੀ ਚੱਲ ਰਹੀ ਹੈ, ਜਿਹੜਾ ਤੂਫਾਨ ਚੱਲ ਰਿਹਾ ਔਰੰਗਜ਼ੇਬ ਵੱਲੋਂ, ਉਹ ਵੀ ਤੁਸੀਂ ਸਹਿ ਰਹੇ ਹੋ ਸਾਡੇ ਨਾਲ। ਮਨ ਮਹਿ ਗਿਣਤੀ ਗਿਣਤ ਬਡੇਰ, ਤੇ ਮਨ ਵਿੱਚ ਕਈ ਤੁਹਾਡੇ ਫੁਰਨੇ ਆਉਂਦੇ ਨੇ, ਕਈ ਖਿਆਲ ਆਉਂਦੇ ਨੇ ਵੀ ਇਹ ਕਰ ਦਈਏ ਉਹ ਕਰ ਦਈਏ। ਸ਼ੰਕਾ ਕਰੀ ਹਮਾਰੇ ਮਾਹੇ, ਤੁਰਕਾਂ ਦਾ ਇਹ ਵਰਤਾਰਾ ਵੇਖ ਕੇ ਤੁਸੀਂ ਸਾਡੇ ਤੇ ਸ਼ੰਕਾ ਕਰ ਲਈ ਵੀ ਗੁਰੂ ਕੈਦ ਵਿੱਚ ਪੈ ਗਿਆ, ਤੁਸੀਂ ਸਾਨੂੰ ਇਹਨਾਂ ਦੀ ਜੇਲ੍ਹ ਵਿੱਚ ਪਿਆ ਵੇਖ ਰਹੇ ਹੋ। ਇਹ ਸਮਰੱਥ ਹੈ ਕਹਿ ਦੋ ਨਾਹੀ, ਤੁਹਾਨੂੰ ਗੁਰੂ ਤੇ ਸ਼ੰਕਾ ਹੋ ਗਿਆ ਵੀ ਗੁਰੂ ਸਮਰੱਥ ਹੈ ਕਿ ਨਹੀਂ। ਹਾਂਜੀ,
ਜਾਂ ਤੇ ਸ਼ੀਲਕ ਤੁਬ ਸ਼ਕੇਰੇ। ਇਹ ਤੇਰਾ ਸ਼ੰਕਾ ਕੱਢਣ ਲਈ ਰਾਤ ਗੰਨੇ ਦੇ ਛਿੱਲੜ ਜਿਹੜੇ ਸੀ, ਅਸੀਂ ਗੰਨਾ ਚੂਪਿਆ ਸੀ, ਉਹ ਛਿੱਲੜ ਤੇਰੇ ਵੱਲ ਸੁੱਟੇ ਸੀ ਵੀ ਤੈਨੂੰ ਪਤਾ ਲੱਗ ਜੇ ਵੀ ਛਿੱਲੜ ਚੂਪਣ ਵਿੱਚ ਹੀ ਕਿੰਨੀ ਪਾਵਰ ਆ ਜਾਂਦੀ ਹੈ ਗੁਰੂ ਦੇ ਸੀਤ ਪ੍ਰਸ਼ਾਦ ਨਾਲ। ਹਾਂਜੀ, ਤੈਂ ਕਬ ਆਗੇ ਊਖ ਨ ਹੇਰੇ। ਹਾਂ, ਤੈਨੂੰ ਅਸੀਂ ਰਾਤ ਛਿੱਲੜ ਇਸੇ ਕਰਕੇ ਦਿੱਤੇ ਸੀ ਗੰਨੇ ਦੇ ਵੀ ਤੈਨੂੰ ਪਤਾ ਲੱਗੇ ਵੀ ਗੁਰੂ ਦੇ ਛਿੱਲੜਾਂ ਵਿੱਚ ਹੀ ਕਿੰਨੀ ਪਾਵਰ ਹੈ। ਕੀ ਤੂੰ ਕਦੀ ਗੰਨਾ ਨਹੀਂ ਚੂਪਿਆ? ਅੱਗੇ ਵੀ ਤੂੰ ਬੜੇ ਗੰਨੇ ਚੂਪੇ ਹੋਣਗੇ, ਅਸੀਂ ਤੈਨੂੰ ਛਿੱਲੜ ਹੀ ਕਿਉਂ ਚੁਪਾਣੇ ਸੀਗੇ? ਪਰ ਉਹਨਾਂ ਗੰਨਿਆਂ ਦੇ ਚੂਪਣ ਨਾਲ ਇੰਨੀ ਪਾਵਰ ਆਈ ਸੀ ਜਿੰਨੀ ਰਾਤ ਆਈ ਹੈ ਤੇਰੇ ਵਿੱਚ। ਇਹ ਗੱਲ ਹੋਰ ਹੈ, ਉਹ ਗੱਲ ਹੋਰ ਹੈ। ਇਹ ਤੈਨੂੰ ਅਸੀਂ ਖੇਡ ਵਿਖਾਈ ਹੈ, ਤੈਨੂੰ ਦੱਸਿਆ ਵੀ ਗੁਰੂ ਦੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਹੁੰਦੀਆਂ, ਗੁਰੂ ਸਮਰੱਥ ਹੁੰਦਾ, ਗੁਰੂ ਜੋ ਚਾਹੇ ਕਰ ਸਕਦਾ। ਸਿੱਖ ਨੂੰ ਗੁਰੂ ਤੇ ਨਿਸ਼ਚਾ ਨਹੀਂ ਡੁਲਾਉਣਾ ਚਾਹੀਦਾ। ਹਾਂਜੀ, ਸਵਾਦ ਦੇਖਦੇ ਹਿਤ ਇਸ਼ਤਾਰੀ। ਹਾਂ, ਸਵਾਦ ਵੇਖਣ ਵਾਸਤੇ ਤੂੰ ਇੱਛਾ ਕੀਤੀ ਹੋਣੀ ਹੈ, ਤੈਨੂੰ ਅਸੀਂ ਦਿਖਾਤਾ ਸਵਾਦ, ਰਸ ਦਿਖਾ ਦਿੱਤਾ ਹੈ। ਮੁਖ ਮੈਂ ਪਾਏ ਉਚਿਸ਼ਟ ਹਮਾਰੀ। ਤੂੰ ਸਾਡਾ ਸੀਤ ਪ੍ਰਸ਼ਾਦ, ਸਾਡੇ ਮੁਖ ਤੋਂ ਨਿਕਲੇ ਹੋਏ ਗੰਨਿਆਂ ਦੇ ਛਿੱਲੜ, ਉਹ ਤੂੰ ਚੂਸ ਲੈ। ਤਬ ਸ਼ਕਤੀ ਤੁਝ ਮਹਿ ਹੋਏ ਆਈ। ਉਹਦੇ ਨਾਲ ਤੇਰੇ ਅੰਦਰ ਇਹ ਸ਼ਕਤੀ ਪੈਦਾ ਹੋਈ ਜਿਹੜੀ ਤੂੰ ਕਹਿ ਰਿਹਾ ਵੀ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਸਕਦਾ, ਤੁਰਕਾਂ ਦੀ ਜੜ ਪੁੱਟ ਕੇ ਖਾਰੇ ਸਮੁੰਦਰ ਸੁੱਟ ਸਕਦਾ, ਔਰੰਗਜ਼ੇਬ ਦਾ ਸਾਰੇ ਪਰਿਵਾਰ ਦਾ ਨਾਸ ਕਰ ਸਕਦਾ। ਇਹ ਤੂੰ ਗੱਲਾਂ ਜਿਹੜੀਆਂ ਕਹੀਆਂ ਨੇ, ਇਹ ਕਹੀਆਂ ਤੂੰ ਸੱਚੀਆਂ ਨੇ, ਤੇਰੇ 'ਚ ਪਾਵਰ ਸੀ, ਪਰ ਹੁਣ ਅਸੀਂ ਵਾਪਸ ਲੈ ਲਈ ਹੈ। ਆਈ ਕਦੋਂ ਸੀ? ਸਾਡੇ ਗੰਨੇ ਚੂਪਣ ਕਰਕੇ, ਤੇ ਹੁਣ ਅਸੀਂ ਵਾਪਸ ਲਈ ਹੈ। ਚਹਿਤ ਜੋ ਹੁਤੋ ਅਬਹਿ ਦੁਖ ਦਿਖਰਾਈ। ਜਿਹੜੀ ਤੂੰ ਹੁਣ ਕਰਾਮਾਤ ਦਿਖਾਣੀ ਚਾਹੁੰਦਾ ਸੀ, ਜਿਸ ਸਮੁੰਦਰ ਤੇ ਜਲ ਕਨ ਪਾਵੈ। ਜਿਹੜੇ ਸਮੁੰਦਰ ਚੋਂ ਕਿਣਕਾ ਮਿਲਿਆ ਹੋਵੇ, ਉਹਨ ਤਿਸ ਆਗੇ ਗਰਭ ਜਨਾਵੈ। ਉਹ ਬੂੰਦ ਲੈ ਕੇ ਸਮੁੰਦਰ ਦੇ ਸਾਹਮਣੇ ਨਹੀਂ ਆਕੜਨਾ ਚਾਹੀਦਾ। ਆਖੋ ਸ੍ਰੀ ਵਾਹਿਗੁਰੂ। ਜੋ ਗਰਭ ਹੈ ਉਹ ਬੂੰਦ ਚਿਤੰਤਰ ਸਨਮੁਖ ਸਿੰਧ ਸੋਭਾ ਨਹੀਂ ਪਾਵੇ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ ਵੀ ਬੂੰਦ ਮੁੱਛਾਂ ਨੂੰ ਵੱਟ ਦੇ ਕੇ ਸਮੁੰਦਰ ਨੂੰ ਆਖੇ ਵੀ ਆ ਮੇਰੇ ਨਾਲ, ਜਾਂ ਮੈਂ ਵੀ ਕੁਝ ਕਰ ਸਕਦੀ ਹਾਂ। ਉਹ ਸਮੁੰਦਰ ਕਹਿੰਦਾ ਵੀ ਤੂੰ ਮੇਰੇ ਵਿੱਚੋਂ ਹੀ ਗਈ ਹੈ। ਆਖੋ ਸ੍ਰੀ ਵਾਹਿਗੁਰੂ। ਸਿੱਖ ਦੇ ਕੋਲ ਜਿੰਨੀ ਵੀ ਪਾਵਰ ਹੈ, ਜਿੰਨੀ ਵੀ ਸ਼ਕਤੀ ਹੈ, ਭਾਵੇਂ ਅਧਿਆਤਮਕ ਹੈ, ਭਾਵੇਂ ਸਰੀਰਕ ਹੈ, ਭਾਵੇਂ ਉਹ ਸ਼ਸਤਰਾਂ ਦੀ ਹੈ, ਭਾਵੇਂ ਉਹ ਪੈਸੇ ਦੀ ਹੈ, ਭਾਵੇਂ ਉਹ ਕਿਸੇ ਵਿਦਿਆ ਦੀ ਹੈ, ਉਹ ਗੁਰੂ ਦੀ ਸਮਝਣੀ ਚਾਹੀਦੀ ਹੈ। ਜੇ ਉਹ ਕਹੇ ਮੇਰੀ ਹੈ, ਫਿਰ ਉਹ ਸਿੱਖ ਮਾਰ ਖਾ ਜਾਂਦਾ। ਮਹਾਰਾਜ ਕਹਿੰਦੇ ਬੂੰਦ ਨੂੰ ਸਾਗਰ ਦੇ ਸਾਹਮਣੇ ਆਕੜਨਾ ਨਹੀਂ ਚਾਹੀਦਾ। ਹਾਂਜੀ, ਆਪਨ ਆਪ ਕੋ ਕਰਹਿ ਬਖਾਨੈ। ਆਪਣੇ ਆਪ ਨੂੰ ਕਰਤਾ ਬਣਨਾ ਵੀ ਮੈਂ ਵੀ ਕੁਝ ਕਰ ਸਕਦਾ, ਇਹ ਗੁਰਮਤਿ ਦੇ ਵਿੱਚ ਮਨਾ ਹੈ। ਜਿਸ ਤੇ ਲੀਨਸ ਤਿਸ ਨਹਿ ਜਾਣੈ। ਜਿਹਦੇ ਕੋਲੋਂ ਸ਼ਕਤੀ ਲਈ ਹੈ, ਜਿਹਦੇ ਕੋਲੋਂ ਪਾਵਰ ਲਈ ਹੈ, ਉਹਨੂੰ ਹੀ ਭੁੱਲ ਗਏ, ਉਹਨੂੰ ਹੀ ਜਾਣਦੇ ਵੀ ਉਹਨੂੰ ਹੀ ਦਿਖਾਣ ਲੱਗ ਪਏ ਕਰਾਮਾਤਾਂ। ਹਾਂਜੀ, ਜਿਨ ਸੇਵਾ ਕਰ ਪੀ ਤੁਝ ਮਾਹੀ। ਜਿਨ੍ਹਾਂ ਦੀ ਸੇਵਾ ਕਰਕੇ ਸਿੱਖਾ ਤੈਨੂੰ ਸ਼ਕਤੀ ਮਿਲੀ ਹੈ, ਸੋ ਕਿਆ ਜਿਮ ਕਰ ਸਕ ਹੈ ਨਾਹੀ। ਕੀ ਉਹ ਨਹੀਂ ਕਰ ਸਕਦੇ? ਤੂੰ ਤੇ ਛਿੱਲੜ ਚੂਪੇ ਤੇ ਇੰਨੀ ਸ਼ਕਤੀ ਆ ਗਈ, ਜਿਨ੍ਹਾਂ ਨੇ ਗੰਨਾ ਚੂਪਿਆ ਉਹ ਕੀ ਕਰ ਸਕਦੇ? ਇਹ ਤਾਂ ਅੰਦਾਜ਼ਾ ਲਾ ਲੈਣਾ। ਤੂੰ ਕਹਿੰਦਾ ਮੈਂ ਦਿੱਲੀ ਤੇ ਲਾਹੌਰ ਨੂੰ ਪੁੱਠਾ ਕਰ ਦਿਆਂ ਆਪਣੀ ਕਰਾਮਾਤ ਨਾਲ, ਸ਼ਕਤੀ ਨਾਲ, ਪਾਵਰ ਨਾਲ, ਪਰ ਜਿਹੜੇ ਗੁਰੂਆਂ ਦਾ ਸੀਤ ਪ੍ਰਸ਼ਾਦ ਛਕ ਕੇ ਤੇਰੇ 'ਚ ਪਾਵਰ ਆਈ ਹੈ, ਕੀ ਉਹ ਗੁਰੂ ਕੁਛ ਨਹੀਂ ਕਰ ਸਕਦਾ? ਉਹ ਵੀ ਤਾਂ ਸਭ ਕੁਝ ਕਰਨ ਕਾਰਨ ਸਮਰੱਥ ਹੋਣਾ ਚਾਹੀਦਾ, ਤੈਨੂੰ ਪਤਾ ਹੋਣਾ ਚਾਹੀਦਾ। ਹਾਂਜੀ, ਇਸ ਪ੍ਰਕਾਰ ਕੀ ਸੁਧ ਨਹਿ ਜਾਣੀ। ਤੈਨੂੰ ਇਹ ਗੱਲ ਨਹੀਂ ਸਮਝ ਆਈ। ਮੈਂ ਕਰਦਾ ਹੂੰ ਕਰਤ ਬਖਾਨੀ। ਬਲਕਿ ਮੈਂ ਕਰਦਾ ਹਾਂ, ਮੈਂ ਕਰ ਦਾਂਗਾ, ਇਹ ਕਹਿ ਰਿਹਾ ਹੈ। ਸਤਿਗੁਰ ਕਰਹਿ ਕ੍ਰਿਤ ਕੋ ਜੈਸੇ। ਹਾਂ ਭਾਈ, ਗੁਰੂ ਜਿਵੇਂ ਕਰੇ। ਸਿੱਖ ਨਾ ਤਰਕ ਹੈ ਤਿਸ ਕਹੋ ਕੈਸੇ। ਸਿੱਖ ਨੂੰ ਤੇ ਤਰਕ ਨਹੀਂ ਕਰਨੀ ਚਾਹੀਦੀ। ਗੁਰੂ ਕੁਛ ਵੀ ਕਰੇ, ਗੁਰੂ ਸਾਧ ਸੰਗਤ ਜੀ ਰਾਤ ਨੂੰ ਕਹਿ ਦੇਵੇ ਦਿਨ, ਤੇ ਸਿੱਖ ਦਾ ਫਰਜ਼ ਹੈ ਹਾਂਜੀ ਸਤ ਵਚਨ ਜੀ ਦੇਣੀ ਹੈ ਜੀ। ਦਿਨੇ ਦੁਪਹਿਰ ਨੂੰ ਗੁਰੂ ਕਹਿ ਦੇਵੇ ਬੜਾ ਹਨੇਰਾ ਹੈ, ਬਹੁਤ ਹਨੇਰਾ ਹੈ, ਹਾਂਜੀ ਮਹਾਰਾਜ ਜੀ ਇੱਦਾਂ ਹੀ ਹੈ ਜੀ, ਸੱਤ ਹੈ ਜੀ, ਤਾਂ ਸਿੱਖ ਬਣਦਾ। ਹੋਰ ਸਿੱਖ ਥੋੜ੍ਹਾ ਗੁਰੂ ਨੂੰ ਪੜ੍ਹਾਉਣ ਲੱਗ ਜੇ, ਉਹ ਸਿੱਖ ਥੋੜ੍ਹਾ ਹੁੰਦਾ। ਸਿੱਖ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਏ। ਬਾਬਾ ਨੇ ਗੁਰਸਿੱਖ ਲੈਣਾ ਆਇਆ। ਅੱਧੀ ਰਾਤ ਨੂੰ ਮਹਾਰਾਜ ਕਹਿੰਦੇ ਜਾਓ ਸਾਡੇ ਬਸਤਰ ਧੋ ਕੇ ਸੁਕਾ ਕੇ ਹੁਣੇ ਲੈ ਕੇ ਆਓ। ਰਾਤ ਵੀ ਸਿਆਲੀ ਸੀਗੀ,
ਤੇ ਜਦੋਂ ਬਾਹਰ ਤੁਰਨ ਲੱਗੇ ਪਿੱਛੋਂ ਆਵਾਜ਼ ਮਾਰ ਕੇ ਕਹਿੰਦੇ ਰਾਤ ਕਿੰਨੀ ਬੀਤੀ ਹੈ ਲੈਣਿਆ, ਦਿਨ ਕਿੰਨਾ ਚੜਿਆ। ਸਾਡੇ ਵਰਗਾ ਹੁੰਦਾ ਉਹਨੇ ਆਖਣਾ ਸੀ ਮਹਾਰਾਜ ਇੱਕ ਗੱਲ ਪੁੱਛ ਲਓ, ਜਾਂ ਤਾਂ ਪੁੱਛ ਲਓ ਰਾਤ ਕਿੰਨੀ ਬੀਤੀ ਹੈ, ਜਾਂ ਪੁੱਛ ਲਓ ਦਿਨ ਕਿੰਨਾ ਚੜਿਆ। ਭਾਈ ਲੈਣੇ ਨੇ ਆਖਿਆ ਸੱਚੇ ਪਾਤਸ਼ਾਹ ਜਿੰਨੀ ਰਾਤ ਆਪ ਜੀ ਨੇ ਬਤੀਤ ਕਰਾਈ ਹੈ ਉਨੀ ਹੋ ਗਈ ਹੈ, ਜਿੰਨਾ ਦਿਨ ਆਪ ਜੀ ਨੇ ਚੜਾਇਆ ਉਹਨਾਂ ਚੜ ਗਿਆ, ਜਿੰਨਾ ਦਿਨ ਆਪ ਨੇ ਚੜਾਇਆ ਉਹਨਾਂ ਚੜ ਗਿਆ। ਮਹਾਰਾਜ ਕਹਿੰਦੇ ਜਾਓ। ਫਿਰ ਅੱਧੀ ਰਾਤ ਕੱਪੜੇ ਧੋਏ ਸੁਕਾਏ ਤੇ ਲਿਆ ਕੇ ਪਾਤਸ਼ਾਹ ਨੂੰ ਭੇਟਾ ਕੀਤੇ ਸਨ। ਇਤਿਹਾਸ ਹੈ ਆਪਣਾ। ਗੁਰੂ ਦੇ ਹੁਕਮ ਵਿੱਚ ਭਾਣੇ ਵਿੱਚ ਰਜਾ ਵਿੱਚ ਚੱਲਣ ਵਾਲੇ ਦੀ ਇਹ ਅਵਸਥਾ ਹੁੰਦੀ ਹੈ। ਹਾਂਜੀ, ਹੋਏ ਪ੍ਰਸੰਨ ਵਰਤ ਹੈ ਅਨੁਸਾਰੀ। ਪ੍ਰਸੰਨ ਰਹਿੰਦਾ ਬਸ ਗੁਰੂ ਦੇ ਭਾਣੇ ਵਿੱਚ, ਜਿਵੇਂ ਗੁਰੂ ਰੱਖੇ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਾਂਜੀ, ਸੋ ਸਿੱਖ ਸੁਖਦ ਮੋਖ ਅਧਿਕਾਰੀ। ਉਹ ਮੁਕਤੀ ਦਾ ਅਧਿਕਾਰੀ ਹੁੰਦਾ, ਉਹਦੇ ਦਰਵਾਜ਼ੇ ਖੁੱਲੇ ਹਨ। ਉਹ ਸੱਚਖੰਡ ਜਾਏਗਾ ਜਿਹੜਾ ਹੁਕਮ ਵਿੱਚ ਆਵੇਗਾ। ਗੁਰ ਸਰਬੱਗੇ ਜਾਨ ਸਭ ਕਰੈ। ਗੁਰੂ ਸਰਬੱਗ ਹੁੰਦਾ ਹੈ, ਗੁਰੂ ਨੂੰ ਸਾਰਾ ਗਿਆਨ ਹੁੰਦਾ ਹੈ। ਉਹ ਜੋ ਕੁਝ ਕਰਦਾ ਗੁਰੂ ਆਪਣੇ ਮਾਪਦੰਡ ਨਿਯਤ ਕੀਤੇ ਹੁੰਦੇ ਗੁਰੂ ਨੇ, ਉਹਦੇ ਹਿਸਾਬ ਨਾਲ ਕਰਦਾ। ਸਿੱਖ ਨੂੰ ਵਿਚਾਰੇ ਨੂੰ ਇੰਨਾ ਪਤਾ ਨਹੀਂ ਹੁੰਦਾ, ਉਹ ਕਾਹਲਾ ਪੈ ਜਾਂਦਾ, ਕਹਿੰਦਾ ਮੈਂ ਕਰ ਦਿਆਂ। ਗੁਰੂ ਨੇ ਲੰਮੀ ਦ੍ਰਿਸ਼ਟੀ ਨਾਲ ਦੇਖਣਾ ਹੁੰਦਾ, ਸਿੱਖ ਦੀ ਦ੍ਰਿਸ਼ਟੀ ਛੋਟੀ ਹੁੰਦੀ ਹੈ। ਇਸ ਕਰਕੇ ਸਿੱਖ ਨੂੰ ਗੁਰੂ ਦੇ ਭਾਣੇ ਵਿੱਚ ਹੀ ਸੁੱਖ ਹੈ, ਆਪਣੀ ਮਰਜ਼ੀ ਨਾ ਕਰੇ। ਸਿੱਖ ਅਨਭਾਗੇ ਗਰਭ ਕਿਆ ਧਰੈ। ਥੋੜੇ ਗਿਆਨ ਵਾਲਾ, ਥੋੜੀ ਨੌਲੇਜ ਵਾਲਾ ਸਿੱਖ ਗੁਰੂ ਦੇ ਸਾਹਮਣੇ ਕੀ ਹੰਕਾਰ ਕਰ ਸਕਦਾ ਹੈ। ਜਾਂ ਤੇ ਸਿਮਰੋ ਸ੍ਰੀ ਕਰਤਾਰਾ। ਇਸ ਕਰਕੇ ਭਾਈ ਸਿੱਖੋ ਸਤਨਾਮ ਸ੍ਰੀ ਵਾਹਿਗੁਰੂ ਜਪੋ, ਭਾਣਾ ਵੇਖੋ ਕਿਵੇਂ ਵਰਤਦਾ ਹੈ। ਸੋ ਸਭ ਜੀਵਨ ਕੋ ਆਧਾਰਾ। ਉਹ ਜਿਹੜਾ ਪਰਮੇਸ਼ਰ ਸਾਰੇ ਜੀਵਾਂ ਦਾ ਆਸਰਾ ਹੈ ਨਾ, ਉਹਦੇ ਰੰਗ ਵੇਖੋ, ਉਹਦੀ ਖੇਡਾਂ ਵੇਖੋ, ਉਹਦੇ ਚੋਜ ਵੇਖੋ। ਸੁਨਤ ਸਿੱਖ ਕੇ ਬੰਧਨ ਠਾਨੀ। ਕਹਿੰਦੇ ਸਿੱਖ ਨੇ ਮਹਾਰਾਜ ਦੇ ਬਚਨ ਸੁਣੇ ਤੇ ਚਰਨਾਂ ਦੇ ਮੱਥਾ ਟੇਕਿਆ ਤੇ ਆਪਣੀ ਗਲਤੀ ਦੀ ਮਾਫੀ ਮੰਗੀ ਹੈ। ਤੁਮਰੀ ਗਤ ਤੁਮ ਹੀ ਪ੍ਰਭ ਜਾਨੀ। ਹੇ ਮਹਾਰਾਜ ਤੁਹਾਡੀ ਗਤ ਮਿਤ ਤੁਸੀਂ ਜਾਣਦੇ, ਤੁਹਾਡੀ ਗਤ ਮਿਤ ਨੂੰ ਦੂਸਰਾ ਕੋਈ ਨਹੀਂ ਜਾਣ ਸਕਦਾ। ਤੁਰਕ ਅਵਗਿਆ ਕਰਹਿ ਤੁਮਾਰੀ। ਮਹਾਰਾਜ ਮੇਰੇ ਕੋਲੋਂ ਵੇਖਿਆ ਨਹੀਂ ਗਿਆ। ਇਹ ਟਕੇ ਟਕੇ ਦੇ ਬੰਦੇ ਨੇ, ਤੁਰਕ ਨਾ ਇਹਨਾਂ ਨੂੰ ਬੋਲਣ ਦੀ ਅਕਲ ਹੈ, ਨਾ ਖਾਣ ਪੀਣ ਦੀ, ਨਾ ਬਹਿਣ ਦੀ। ਤੇ ਮਹਾਰਾਜ ਤੁਹਾਡੇ ਨਾਲ ਔਖਾ ਬੋਲਦੇ ਨੇ, ਅਵਗਿਆ ਕਰਦੇ ਨੇ, ਤੁਹਾਨੂੰ ਹਵਾਲਾਤਾਂ 'ਚ ਬੰਦ ਕਰਦੇ ਨੇ, ਤੁਹਾਨੂੰ ਕੈਦ ਕਰਦੇ ਨੇ। ਇਹ ਮਹਾਰਾਜ ਮੇਰੇ ਤੋਂ ਵੇਖਿਆ ਨਹੀਂ ਗਿਆ, ਮੇਰੇ ਬਰਦਾਸ਼ਤ ਨਹੀਂ ਕਰ ਸਕਿਆ। ਸੋ ਹਮ ਤੇ ਨਹਿ ਜਾਤ ਸਹਾਰੀ। ਸਤਿਗੁਰੂ ਜੀ ਉਹ ਬੇਅਦਬੀ ਆਪ ਜੀ ਦੀ ਸਾਥੋਂ ਸਹਾਰੀ ਨਹੀਂ ਜਾਂਦੀ। ਜਾਂ ਤੇ ਤੁਮਰੇ ਨਿਕਟ ਬਖਾਨੀ। ਇਹ ਪਾਤਸ਼ਾਹ ਜੀ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਇਹ ਅਰਜ਼ ਕੀਤੀ ਹੈ। ਵਾਸਤਵ ਵਿੱਚ ਸਤਿਗੁਰੂ ਜੀ ਮੇਰੀ ਇਹ ਆਪ ਜੀ ਦੀ ਸ਼ਕਤੀ ਦੇ ਉੱਤੇ ਕੋਈ ਸ਼ੰਕਾ ਨਹੀਂ ਹੈ। ਮੈਂ ਤਾਂ ਬੇਨਤੀ ਕੀਤੀ ਸੀ ਮੈਨੂੰ ਆਗਿਆ ਦਿਓ ਤੇ ਮੈਂ ਇਹਨਾਂ ਨੂੰ ਕੁਝ ਰੰਗ ਵਿਖਾਵਾਂ, ਇਹਨੂੰ ਹੱਥ ਵਿਖਾਵਾਂ ਤੁਰਕਾਂ ਨੂੰ। ਸਿਮਹੋ ਪ੍ਰਭੂ ਹਮ ਬੁੱਧ ਅਨਜਾਨੀ। ਮਾਫ ਕਰ ਦਿਓ, ਗਲਤੀ ਬਹੁਤ ਵੱਡੀ ਹੋ ਗਈ ਮਹਾਰਾਜ, ਮੈਂ ਅਣਜਾਣ ਥੋੜੀ ਬੁੱਧੀ ਵਾਲਾ ਹਾਂ। ਬਹਰ ਨਾ ਕਰਹਿ ਕਬਹਿ ਉਚਾਰੀ। ਮੁੜ ਕੇ ਇਦਾਂ ਦੀ ਗਲਤੀ ਨਹੀਂ ਕਰਾਂਗਾ, ਇਦਾਂ ਦਾ ਬਚਨ ਮੂੰਹ ਤੋਂ ਨਹੀਂ ਕੱਢਾਂਗਾ। ਜਿਮ ਭਾਵਹਿ ਕੀਜਹਿ ਤਿਮ ਕਰੀ। ਜਿਵੇਂ ਮਹਾਰਾਜ ਆਪ ਜੀ ਨੂੰ ਚੰਗਾ ਲੱਗਦਾ ਹੈ ਉਵੇਂ ਹੀ ਕਰੋ, ਕਿਰਪਾ ਕਰੋ ਤੇ ਆਪਣੇ ਭਾਣੇ ਵਿੱਚ ਰੱਖੋ। ਭਾਣੇ ਵਿੱਚ ਰਹਿਣ ਦੀ ਸ਼ਕਤੀ ਵੀ ਗੁਰੂ ਹੀ ਦਿੰਦਾ, ਉਹ ਵੀ ਤੁਸੀਂ ਦੇਣੀ ਹੈ ਸਤਿਗੁਰੂ ਜੀ। ਇਸ ਪ੍ਰਕਾਰ ਸਿੱਖ ਕੋ ਸਮਝਾਏ। ਇਸ ਤਰ੍ਹਾਂ ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਇਆ ਹੈ। ਗਮਨੇ ਗੁਰੂ ਗਿਆਨ ਗਤ ਦਾਏ। ਗਿਆਨ ਤੇ ਮੁਕਤੀ ਦੇ ਦਾਤੇ ਪਾਤਸ਼ਾਹ ਔਰੰਗੇ ਦੀ ਕਚਹਿਰੀ ਵੱਲ ਚੱਲ ਪਏ। ਕੇਤਕ ਚੌਂਕੀਦਾਰ ਸਿਪਾਹੀ। ਕੁਝ ਪਹਿਰੇਦਾਰ ਸਿਪਾਹੀ ਅੱਗੇ ਤੁਰਦੇ ਨੇ, ਕੁਝ ਪਿੱਛੇ ਤੁਰਦੇ ਨੇ, ਕੁਝ ਸੱਜੇ ਤੇ ਕੁਝ ਖੱਬੇ। ਵਿਚਕਾਰ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਈ ਜਾਂਦੇ ਨੇ। ਚਲੇ ਸੰਗ ਕਹਿ ਆਇਤ ਪਾਹੀ। ਬਸ 6 ਬੰਦੂਕਾਂ ਤੁਰਕਾਂ ਨੇ ਫੜੀਆਂ ਹੋਈਆਂ ਨੇ, ਹਥਿਆਰਾਂ ਨਾਲ ਲੈਸ ਨੇ ਸਿਪਾਹੀ। ਬੜੀ ਤਗੜੀ ਗਾਰਦ ਲੱਗੀ ਹੋਈ ਅੱਗੇ ਪਿੱਛੇ ਗੁਰੂ ਸਾਹਿਬ ਜੀ ਦੇ। ਤੇ ਗੁਰੂ ਮਹਾਰਾਜ ਨੂੰ ਲੈ ਕੇ ਔਰੰਗੇ ਦੀ ਕਚਹਿਰੀ ਵੱਲ ਗਏ ਨੇ। ਹਿਤ ਤਕਰਾਈ ਕੇ ਚਹੂ ਔਰ। ਤਕੜਾਈ ਸਖਤੀ ਆਲੇ ਦੁਆਲੇ ਕੀਤੀ ਹੋਈ ਹੈ। ਪਹਿਰੇ ਉੱਪਰ ਵੀ ਛੱਤਾਂ ਤੇ ਵੀ ਬੰਦੇ ਬੰਦੂਕਾਂ ਲੈ ਕੇ ਖੜੇ ਕੀਤੇ ਹੈ।
ਕਿਉਂਕਿ 12,000 ਫੌਜ ਆਗਰੇ ਤੋਂ ਲੈ ਕੇ ਆਈ ਸੀ ਗੁਰੂ ਸਾਹਿਬ ਨੂੰ, ਤੇ ਦਿੱਲੀ 'ਚ ਵੀ ਉਨੀ ਚੌਕਸੀ ਰੱਖਣੀ ਪੈਂਦੀ ਹੈ। ਜਦੋਂ ਅੱਜ ਕੱਲ੍ਹ ਵੀ ਕੋਈ ਵੱਡਾ ਸੂਰਮਾ, ਕੋਈ ਖਾੜਕੂ ਸਿੰਘ ਫੜਦੇ ਨਾ, ਤੇ ਉਹਦੇ ਅੱਗੇ ਪਿੱਛੇ ਗਾਰਦਾਂ ਲਾਈਆਂ ਹੁੰਦੀਆਂ ਵੀ ਪਤਾ ਨਹੀਂ ਕੀ ਕਰ ਦੇਗਾ। ਤੇ ਤੁਰਕ ਡਰਦੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਹੀ ਬੜਾ ਸੀ ਵੀ ਕੋਈ ਛੁਡਾ ਕੇ ਨਾ ਲੈ ਜਾਏ, ਕੋਈ ਹਮਲਾ ਨਾ ਕਰ ਦੇਵੇ। ਤੇ ਗੁਰੂ ਸਾਹਿਬ ਆਪ ਵੀ ਬੜੇ ਯੋਧੇ ਨੇ, ਤੇ ਇਸ ਕਰਕੇ ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਸਖਤ ਪਹਿਰੇ ਦਿੱਲੀ 'ਚ ਲਾਏ ਹੋਏ ਨੇ। ਜਾਤ ਸਾਥ ਦਿਖਰਾਵਤ ਜੋਰ, ਤੇ ਸਰਕਾਰੀ ਜ਼ੋਰ ਦਿਖਾਇਆ ਜਾ ਰਿਹਾ, ਆਪਣੀ ਸ਼ਕਤੀ ਦਾ। ਔਰੰਗਜ਼ੇਬ ਆਪਣੀ ਪਾਵਰ ਦਾ ਇਸਤੇਮਾਲ ਕਰ ਰਿਹਾ ਹੈ। ਸਨੇ ਸਨੇ ਗਮਨਤ ਮਗ ਜਾਤ, ਸਹਿਜੇ ਸਹਿਜੇ ਅਡੋਲ ਪਾਤਸ਼ਾਹ, ਜੋ ਨਰ ਦੁਖ ਮੈਂ ਦੁਖ ਨਹੀਂ ਮੰਨ, ਸੁਖ ਸਨੇਹ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹਨਾਂ ਨੂੰ ਨਾ ਚੜ੍ਹੇ ਦੀ, ਨਾ ਲੱਥੇ ਦੀ, ਨਾ ਹਰਖ ਦੀ, ਨਾ ਸੋਗ ਦੀ, ਨਾ ਖੁਸ਼ੀ ਦੀ, ਨਾ ਗਮੀ ਦੀ, ਨਾ ਦੁੱਖ ਨਾ ਸੁੱਖ। ਸਦਾ ਹੀ ਆਨੰਦ ਵਿੱਚ ਰਹਿਣ ਵਾਲੇ ਬ੍ਰਹਮ ਗਿਆਨੀ ਪਾਤਸ਼ਾਹ ਤੁਰੇ ਜਾਂਦੇ ਨੇ। ਕੁਸ਼ਕ ਸਿੱਖ ਜਿਨ ਕੇ ਪਛਾਤ, ਜਿਨ੍ਹਾਂ ਦੇ ਪਿੱਛੇ ਕੁਝ ਸਿੱਖ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ, ਭਾਈ ਗੁਰਦਿੱਤਾ, ਉਹਦਾ ਆਦਿਕ ਜਾ ਰਹੇ ਨੇ। ਸ਼੍ਰੀ ਸਤਿਗੁਰ ਤਬ ਜਾਏ ਪਹੁੰਚੇ, ਮਹਾਰਾਜ ਔਰੰਗੇ ਦੀ ਕਚਹਿਰੀ ਜਾ ਪਹੁੰਚੇ ਨੇ। ਦੁਰਗ ਤੁਰਕ ਪਤ ਕੇ ਪਿਤ ਉੱਚੇ, ਆ ਲਾਲ ਕਿਲਾ ਜਿਹੜਾ ਸਾਧ ਸੰਗਤ ਜੀ ਔਰੰਗੇ ਦਾ ਬਣਾਇਆ, ਇਹਦੇ ਪਿਓ ਸ਼ਾਹਜਹਾਨ ਦੇ ਸਮੇਂ ਦਾਰਾ ਸ਼ਿਕੋਹ ਨੇ ਬਣਾਇਆ ਸੀ ਕਿਲਾ। ਦਾਰਾ ਸ਼ਿਕੋਹ ਔਰੰਗਜ਼ੇਬ ਦਾ ਵੱਡਾ ਭਾਈ ਸੀ, ਬੜਾ ਨੇਕ ਬੰਦਾ ਸੀ। ਉਹ ਔਰੰਗੇ ਨੇ ਮਰਵਾ ਦਿੱਤਾ ਸੀ, ਫਿਰ ਇਹਨੇ ਕਬਜ਼ਾ ਕਰ ਲਿਆ ਦਿੱਲੀ ਤੇ। ਪਰ ਹੈ ਲਾਲ ਕਿਲਾ ਬਣਾਇਆ ਸੀ ਦਾਰਾ ਸ਼ਿਕੋਹ ਨੇ। ਸੋ ਉਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੇਸ਼ ਕਰਨ ਲਈ ਲੈ ਗਏ ਨੇ। ਪੁਨਹ ਪੌਰਮੈ ਪਹਿ ਪਰਵੇਸ਼, ਲਾਲ ਕਿਲੇ ਦੇ ਦਰਵਾਜ਼ੇ ਸਤਿਗੁਰੂ ਪਾਤਸ਼ਾਹ ਜੀ ਬੜੇ ਹਨ। ਖਰੇ ਸੁਪਟ ਕਹਿ ਸ਼ਸਤਰ ਅਸ਼ੇਸ਼, ਕਿਲੇ ਦੇ ਉੱਤੇ ਵੀ ਆਲੇ ਦੁਆਲੇ ਵੀ ਜਿਵੇਂ ਕੀੜੀਆਂ ਹੁੰਦੀਆਂ ਨੇ, ਇੱਦਾਂ ਫੌਜਾਂ ਖੜੀਆਂ ਕੀਤੀਆਂ ਹੋਈਆਂ। ਥਾਂ ਥਾਂ ਦੇ ਪਹਿਰੇ, ਬੰਦੂਕਾਂ ਤੇਜ਼ ਕਰਕੇ, ਵਰਛੇ, ਬੰਦੂਕਾਂ, ਤਲਵਾਰਾਂ, ਘੋੜਿਆਂ ਦੇ ਵੱਖਰੀ ਫੌਜ ਖੜੀ ਹੈ ਵੀ ਪਤਾ ਨਹੀਂ ਕੀ ਬੰਬ ਡੇਗ ਦੇਣਾ ਗੁਰੂ ਸਾਹਿਬ ਨੇ। ਮਹਾਰਾਜ ਬੜੇ ਸ਼ਾਂਤ ਤੁਰੇ ਜਾਂਦੇ ਆ, ਪਰ ਇਹ ਡਰਦੇ ਆ। ਹਜ਼ਾਰਾਂ ਹੀ ਫੌਜਾਂ ਲਾਈਆਂ ਹੋਈਆਂ ਕਿਲੇ ਦੇ ਅੰਦਰ ਬਾਹਰ। ਪੌਰ ਮਨੋਹਰ ਪਾਹਨ ਕੇਰਾ, ਲਾਲ ਪੱਥਰ ਦਾ ਬਣਿਆ ਹੋਇਆ ਦਰਵਾਜ਼ਾ ਹੈ ਲਾਲ ਕਿਲੇ ਦਾ। ਸ਼ਿਲਪਨ ਚਿੱਤਰ ਵਿਸਾਲ ਉਕੇਰਾ, ਬੜੀ ਚਿੱਤਰਕਾਰੀ ਕੀਤੀ ਹੋਈ ਹੈ, ਬੜੇ ਆਲਾ ਦਰਜੇ ਦੇ ਕਾਰੀਗਰਾਂ ਨੇ ਕਿਲਾ ਬਣਾਇਆ ਹੈ। ਬਹੁਤ ਦੇਸ਼ ਕੇ ਨਰ ਜਹ ਖਰੇ, ਬਹੁਤ ਦੇਸ਼ਾਂ ਦੇ ਲੋਕ ਬਾਹਰ ਖੜੇ ਨੇ, ਬਹੁਤ ਦੁਨੀਆ ਦਰਵਾਜ਼ੇ ਤੇ ਖੜੀ ਹੈ। ਕੋਈ ਬਾਦਸ਼ਾਹ ਨੂੰ ਮਿਲਣ ਵਾਲੇ ਨੇ, ਕੋਈ ਨੌਕਰ ਨੇ, ਕੋਈ ਹੋਰ ਨੇ, ਕੋਈ ਫੌਜੀ ਅਫਸਰ ਨੇ, ਕੋਈ ਵਪਾਰੀ ਨੇ, ਕੋਈ ਕਈ ਕਿਸਮਾਂ ਦੇ ਲੋਕ ਖੜੇ ਨੇ। ਨਿਜ ਨਿਜ ਗਰਜ ਅਰਜ਼ ਕੋ ਕਰੇ, ਜਿਨ੍ਹਾਂ ਨੂੰ ਸਰਕਾਰੀ ਕੰਮ ਹੁੰਦੇ ਨੇ ਉਹ ਵੀ ਆਪਣੀਆਂ ਆਪਣੀਆਂ ਗਰਜਾਂ ਲੈ ਕੇ, ਆਪਣੀਆਂ ਦਰਖਾਸਤਾਂ ਲੈ ਕੇ ਖੜੇ ਨੇ। ਬਾਦਸ਼ਾਹ ਕੋਲੋਂ ਕੰਮ ਕਰਵਾਉਣੇ ਨੇ ਜਿਨ੍ਹਾਂ ਨੇ। ਤਹ ਤੇ ਉਲੰਘਤ ਅੰਤਰ ਗਏ, ਲਾਲ ਕਿਲੇ ਦਾ ਦਰਵਾਜ਼ਾ ਕਾਫੀ ਲੰਮਾ ਹੈ, ਉਹਨੂੰ ਟੱਪ ਕੇ ਲੰਘ ਕੇ ਅੰਦਰ ਪਹੁੰਚੇ ਹਨ। ਜਹਾਂ ਕਚਹਿਰੀ ਦੁਸ਼ਟਨ ਕੀਏ, ਜਿੱਥੇ ਦੁਸ਼ਟਾਂ ਦਾ, ਪਾਪੀਆਂ ਦਾ ਬਾਦਸ਼ਾਹ ਔਰੰਗਾ ਕਚਹਿਰੀ ਲਾਂਦਾ ਹੈ ਦੀਵਾਨੇ ਆਮ ਦੇ ਵਿੱਚ। ਸੰਗ ਸਿੱਖ ਅਰ ਚੌਕੀਦਾਰ, ਮਹਾਰਾਜ ਦੇ 5 ਸਿੱਖ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ, ਊਦਾ ਤੇ ਗੁਰਦਿੱਤਾ, ਤੇ ਚੌਕੀਦਾਰ, ਪਹਿਰੇਦਾਰ ਜਿਹੜੇ ਨਾਲ ਮਹਾਰਾਜ ਦੀ ਡਿਊਟੀ ਤੇ ਸਨ। ਦੇਖਤ ਬੜੇ ਬੜੇ ਸਰਦਾਰ, ਪਾਤਸ਼ਾਹ ਪਹੁੰਚੇ। 6.5 ਫੁੱਟ ਪੌਣੇ 7 ਫੁੱਟ ਉੱਚਾ ਕੱਦ ਸੀਗਾ ਸਤਿਗੁਰਾਂ ਦਾ। ਗੋਰਾ ਰੰਗ ਸੀ ਜਿਵੇਂ ਚੰਨ ਚਮਕਦਾ ਹੁੰਦਾ, ਤੇ ਬਹੁਤ ਹੀ ਸੋਹਣੇ ਨੈਣ ਨਕਸ਼ੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਜੋ ਸਨ, ਜੈਸਾ ਪਿਤਾ ਉਹੋ ਜਿਹੇ ਪੁੱਤਰ। ਤੋ ਮਹਾਰਾਜ ਦਾ ਨੂਰਾਨੀ ਚਿਹਰਾ ਇਉਂ ਜਦੋਂ ਮਹਾਰਾਜ ਗਏ ਨਾ, ਉਹ ਸਾਰਿਆਂ ਦੇ ਰੰਗ ਫਿੱਕੇ ਪੈ ਗਏ। ਸਾਰੀ ਕਚਹਿਰੀ ਦੇ ਇਉਂ ਛਾ ਗਏ ਜਿਵੇਂ ਤਾਰਿਆਂ 'ਚ ਚੰਨ ਸੋਭਦਾ ਹੈ। ਸਾਰੇ ਵੱਡੇ ਵੱਡੇ ਰਾਜੇ, ਮਹਾਰਾਜੇ, ਅਫਸਰ, ਕਾਜੀ, ਮੁੱਲਾ, ਔਰੰਗਜ਼ੇਬ ਗੁਰੂ ਸਾਹਿਬ ਦੇ ਚਿਹਰੇ ਵੱਲ ਦੇਖਦੇ ਰਹਿ ਗਏ ਵੀ ਹੈ ਇੰਨਾ ਪ੍ਰਤਾਪ ਹੈ, ਇੰਨੀ ਚਿਹਰੇ ਤੇ ਨੂਰ ਹੈ। ਹਾਂਜੀ, ਹਿੰਦੂ ਤੁਰਕ ਅਨੇਕ ਨਿਹਾਰਾ, ਹਿੰਦੂ ਤੁਰਕ ਬੜੇ ਬੜੇ ਖੜੇ ਸਨ, ਮੁਸਲਮਾਨ ਅਫਸਰ ਖੜੇ ਸਨ, ਹਿੰਦੂ ਰਾਜੇ ਖੜੇ ਸਨ, ਵੇਖ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਰਵਾਜ਼ੇ 'ਚ ਆ ਵੜੇ ਹਨ। ਅਤ ਅਵਗਨ ਕੋ ਕੁਛ ਨਾ ਵਿਚਾਰੈ, ਪਰ ਪਾਪੀਆਂ ਨੂੰ ਪਤਾ ਨਹੀਂ ਵੀ ਅਸੀਂ ਕਰ ਕੀ ਰਹੇ ਹਾਂ। ਐਡੇ ਵੱਡੇ ਪਰਮੇਸ਼ਰ ਨੂੰ ਅਸੀਂ ਆਪਣੀ ਕਚਹਿਰੀ 'ਚ ਬੁਲਾ ਰਹੇ ਹਾਂ, ਉਹਨਾਂ ਦੀ ਪੇਸ਼ੀ ਕਰ ਰਹੇ ਹਾਂ, ਆਪਣੀਆਂ ਜੜ੍ਹਾਂ ਆਪ ਪੁੱਟ ਰਹੇ ਸਨ। ਮੂਰਖਾਂ ਨੂੰ ਇਸ ਗੱਲ ਦੀ ਅਕਲ ਨਹੀਂ ਸੀ।
ਸ੍ਰੀ ਗੁਰ ਜਬਹਿ ਕਚਹਿਰੀ ਬਰੇ। ਜਦੋਂ ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗੇ ਦੀ ਕਚਹਿਰੀ 'ਚ ਪਹੁੰਚੇ ਚੌਂਕੀ ਤਹਾਂ ਵਿਛਾਵਨ ਕਰੇ। ਔਰ ਸਾਧ ਸੰਗਤ ਜੀ ਪਾਤਸ਼ਾਹ ਦੇ ਵਾਸਤੇ, ਕਿਉਂਕਿ ਔਰੰਗਜ਼ੇਬ ਨੂੰ ਵੀ ਪਤਾ ਸੀ ਕਿ ਇਹ ਗੁਰੂ ਹਨ, ਇਹਨਾਂ ਨਾਲ ਗੱਲਬਾਤ ਪਿਆਰ ਨਾਲ ਹੀ ਕਰਨੀ ਹੈ, ਤੇ ਗੁਰੂ ਸਾਹਿਬ ਦੇ ਲਈ ਬੜੀ ਆਲਾ ਦਰਜੇ ਦੀ ਉੱਚੀ ਚੌਂਕੀ ਮਹਾਰਾਜ ਦਾ ਤਖਤ ਵੱਖਰਾ ਲਾਇਆ ਗਿਆ। ਸੁਜਨ ਸਾਵਨ ਉਜਲ ਜਹਾਂ। ਉਹਦੇ ਉੱਤੇ ਬੜੀ ਸਾਫ ਸੁਥਰੀ ਚੌਂਕੀ ਦੇ ਉੱਤੇ ਵਿਛਾਣਾ ਵਿਛਾਇਆ ਗੁਰੂ ਸਾਹਿਬ ਨੂੰ ਬੈਠਣ ਲਈ, ਗੁਰੂ ਸਾਹਿਬ ਦਾ ਸਤਿਕਾਰ ਕਰਦਿਆਂ ਹੋਇਆਂ। ਬੈਠੇ ਸ੍ਰੀ ਸਤਿਗੁਰ ਜੀ ਤਹਾਂ। ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜਾ ਕੇ ਆਪਣੀ ਚੌਂਕੀ ਤੇ ਬੈਠ ਗਏ। ਅਖਿਲ ਕਚਹਿਰੀ ਪੂਰਨ ਪਹੀ। ਸਾਰੀ ਕਚਹਿਰੀ ਭਰ ਗਈ, ਖਚਾ ਖਚ, ਵੱਡੇ ਵੱਡੇ ਅਫਸਰ, ਵਕੀਲ, ਕਾਜੀ, ਮੁੱਲਾ, ਉਲਮਾ ਲੋਕ ਬੈਠ ਗਏ ਆ ਕੇ। ਮੁਕਤਾ ਹੀਰਨ ਤੇ ਦੁੱਤ ਨਹੀਂ। ਕੋਈ ਹੀਰਿਆਂ ਦੀ ਮਾਲਾ ਗਲ ਪਾਈ ਫਿਰਦਾ ਸੀ, ਕੋਈ ਸੋਨੇ ਦੀ, ਕੋਈ ਕਲਗੀ ਲਾਈ ਫਿਰਦਾ ਸੀ, ਬੜੇ ਸਜੇ ਧਜੇ, ਬੜੇ ਬੜੇ ਵੱਡੇ ਵੱਡੇ ਅਫਸਰ, ਮਹਿੰਗੇ ਕੱਪੜੇ ਪਾਏ ਹੋਏ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਕਚਹਿਰੀ 'ਚ ਪਹੁੰਚੇ ਹਨ ਤੇ ਉਸ ਵੇਲੇ ਮਹਾਰਾਜ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਦੇਸ਼ ਦੇ ਅੰਦਰ ਹਿੰਦੂ ਮੁਸਲਮਾਨ ਦੋ ਕੌਮਾਂ ਆਪਸ 'ਚ ਲੜਦੀਆਂ, ਮੈਂ ਚਾਹੁੰਦਾ ਇੱਕ ਕੌਮ ਹੋ ਜਾਵੇ, ਲੜਾਈ ਖਤਮ ਹੋ ਜਾਵੇ। ਇਸ ਸਵਾਲ ਦਾ ਜਵਾਬ ਗੁਰੂ ਸਾਹਿਬ ਕਿਵੇਂ ਦੇਣਗੇ, ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਪ੍ਰਾਣਨਾਥ, ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਅੰਧ ਗੋਬ ਮਹਾ ਪਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ